But I'm going to tell you what the Lord spoke to me about. There is a difficult parable in the Bible. ਪਰਮੇਸ਼ਵਰ ਦੇ ਵਚਨ ਵਿੱਚ ਔਖਾ ਪਰਮੇਸ਼ਵਰ ਦਾ ਪੈਰਾਬਲ ਹੈਗਾ That is in Luke 16. ਲੂਕਾ ਦੇ 16 ਵਿੱਚ Talks about an unjust steward. ਇੱਕ ਜਿਹੜਾ ਪਰਮੇਸ਼ਵਰ ਦਾ ਜਨ ਸੀਗਾ ਜਿਹੜਾ ਕਿ ਪਰਮੇਸ਼ਵਰ ਦੇ ਕੰਮਾਂ ਦੇ ਨਾਲ ਨਹੀਂ ਚੱਲਦਾ ਸੀ, ਅਨਟਰਸਟਡ ਸੀਗਾ. As I was praying for this week, and the Lord was pressing me in my heart to speak about that parable. ਪਰਮੇਸ਼ਵਰ ਮੇਰੇ ਨਾਲ ਗੱਲ ਕਰ ਰਿਹਾ ਸੀ ਇਸ ਹਫ਼ਤੇ ਕਿ ਮੈਂ ਇਸ ਬਾਰੇ ਗੱਲ ਕਰਾਂ. It looks difficult, but it's not really difficult. ਲੱਗਦਾ ਹੈ ਕਿ ਔਖਾ ਹੈਗਾ ਪਰ ਔਖਾ ਹੈਗਾ ਨਹੀਂ. As I was studying that passage a few days ago, ਜਿਵੇਂ ਮੈਂ ਕੁਝ ਦਿਨ ਪਹਿਲੇ ਪਰਮੇਸ਼ਵਰ ਦਾ ਵਚਨ ਪੜ੍ਹ ਰਿਹਾ ਸੀ the Lord expanded the scope of the study, ਤੇ ਪਰਮੇਸ਼ਵਰ ਨੇ ਮੇਰਾ ਗਿਆਨ ਵਧਾਇਆ. and He impressed on my heart that this is part of a subject that I was talking about. ਤੇ ਉਹਨਾਂ ਨੇ ਮੇਰੇ ਦਿਲ ਤੇ ਬੋਝ ਪਾ ਕੇ ਦੱਸਿਆ ਕਿ ਇਹ ਇੱਕ ਖਾਸ ਵਿਸ਼ਾ ਹੈਗਾ ਜਿਹਦੇ ਬਾਰੇ ਮੈਂ ਦੇਖ ਰਿਹਾ ਸੀ. So look through the scripture before that parable where I started this subject. ਤੇ ਜਦੋਂ ਆਪਾਂ ਪਰਮੇਸ਼ਰ ਦਾ ਵਚਨ ਪੜਾਂਗੇ ਪਤਾ ਲੱਗੇਗਾ ਵੀ ਇਹ ਸਬਜੈਕਟ ਕਿੱਥੋਂ ਸ਼ੁਰੂ ਹੋਇਆ. So I went to 15th chapter, then it is still not there, then I went to 14th chapter. ਤੇ ਮੈਂ 15ਵੇਂ ਚੈਪਟਰ ਗਿਆ ਨਹੀਂ ਉੱਥੇ ਸੀਗਾ, ਫਿਰ 14ਵੇਂ ਚੈਪਟਰ ਗਿਆ. 14:25 I noticed that is where he started this. ਤੇ ਪਰਮੇਸ਼ਰ ਦੇ ਵਚਨ 14 ਦੇ 25 ਤੋਂ ਸ਼ੁਰੂ ਹੁੰਦਾ ਹੈ ਪੈਸੇਜ. Lord Jesus always spoke in a subject. When he started a subject, he spoke till he finished what he wanted to say about that subject. ਪ੍ਰਭੂ ਯੀਸ਼ੂ ਮਸੀਹ ਜਦੋਂ ਇਹ ਸੰਦੇਸ਼ ਦਿੰਦੇ ਸੀ, ਖਾਸ ਵਿਸ਼ੇ ਬਾਰੇ ਦਿੰਦੇ ਸੀ ਤੇ ਉਹਨੂੰ ਪੂਰਾ ਇੱਕ ਸਾਰ ਕਰਦੇ ਸੀ. If we take instances out of that subject and speak, it may give a different meaning. ਤੇ ਜੇ ਅਸੀਂ ਉਹ ਜਿਹੜੇ ਵਾਕਿਆ ਹੈਗੇ ਨੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਦ੍ਰਿਸ਼ਟੀਕੋਣ ਤੋਂ ਬਾਹਰ ਕੱਢੀਏ ਤੇ ਉਹਨਾਂ ਦਾ ਮਤਲਬ ਵਿਗੜ ਜਾਂਦਾ ਹੈ. So this subject he started in Luke 14:25. ਤੇ ਇਹ ਵਾਲਾ ਉਹਨਾਂ ਨੇ ਲੂਕਾ ਦੀ ਪੁਸਤਕ 14 ਦੇ 25 ਤੋਂ ਸ਼ੁਰੂ ਕੀਤਾ. Ended it in Luke 17 in the 10th verse. ਤੇ ਲੂਕਾ ਦੀ ਪੁਸਤਕ 17 ਦੇ 10 ਵਿੱਚ ਖਤਮ ਕੀਤਾ. 84 verses. 84 ਵਰਸ ਹੈਗੇ ਨੇ. This is one long sermon of Lord Jesus Christ. ਇਹ ਇੱਕ ਲੰਬਾ ਪਰਮੇਸ਼ਵਰ ਦਾ ਸੰਦੇਸ਼ ਸੀਗਾ. 84 verses long. 84 ਵਰਸ ਲੰਬਾ. It contains 4 great parables. ਇਹਦੇ ਵਿੱਚ 4 ਵੱਖਰੇ ਵੱਖਰੇ ਪੈਰਾਬਲ ਹੈਗੇ ਨੇ. No, great, wonderful parables. ਵੱਡੇ ਬੜੇ ਮਹਾਨ ਪੈਰਾਬਲ ਹੈਗੇ ਨੇ. The parable of the lost sheep, ਜਿਹੜਾ ਗਵਾਚੀ ਹੋਈ ਆਪਣਾ ਭੇਡ ਦਾ ਪੈਰਾਬਲ. the prodigal son, ਤੇ ਜਿਹੜਾ ਆਪਣਾ ਬੇਟਾ ਆਪਣਾ ਛੋੜ ਕੇ ਚਲਾ ਜਾਂਦਾ ਉਹਦੇ ਬਾਰੇ. the unjust steward, ਤੇ ਜਿਹੜਾ ਬਿਨਾਂ ਵਿਸ਼ਵਾਸਯੋਗ ਸਟੂਅਰਡ ਸੀਗਾ. and the parable of Lazarus. ਤੇ ਲਾਜ਼ਰਸ ਦਾ ਜਿਹੜਾ ਪੈਰਾਬਲ ਸੀਗਾ. These are the 4 great parables in this whole subject, and he put some other small ones in between. ਤੇ ਇਹ 4 ਜਿਹੜੇ ਬੜੇ ਵੱਡੇ ਪੈਰਾਬਲ ਸੀਗੇ ਪਰ ਇਹਨਾਂ ਦੇ ਵਿੱਚ ਪਰਮੇਸ਼ਵਰ ਨੇ ਛੋਟੇ ਛੋਟੇ ਪੈਰਾਬਲ ਵੀ ਪਾਏ. The subject is discipleship. ਤੇ ਉਹਦਾ ਜਿਹੜਾ ਸਬਜੈਕਟ ਹੈਗਾ ਵਿਸ਼ੇ ਹੈਗਾ ਉਹ ਹੈਗਾ ਚੇਲੇ ਬਣਨਾ. Starts with discipleship, ends with discipleship. ਚੇਲਾ ਬਣਨ ਤੋਂ ਸ਼ੁਰੂ ਹੁੰਦਾ ਹੈਗਾ ਤੇ ਚੇਲੇ ਬਣਨ ਤੇ ਖਤਮ ਹੁੰਦਾ If ਹੈ. you want to understand what is discipleship, you better know these 84 verses. ਜੇ ਤੁਸੀਂ ਚੇਲੇ ਬਣਨਾ ਚਾਹੁੰਦੇ ਹੋ ਤੇ ਜ਼ਰੂਰੀ ਹੈ ਤੁਸੀਂ ਇਹ 84 ਜਿਹੜੇ ਵਰਸ ਹੈਗੇ ਨੇ ਉਹਨਾਂ ਨੂੰ ਸਮਝੋ. We have all been called to be disciples of Christ Jesus. ਸਾਨੂੰ ਸਾਰਿਆਂ ਨੂੰ ਐਸ ਕਰਕੇ ਬੁਲਾਇਆ ਗਿਆ ਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਚੇਲੇ ਬਣੀਏ. No one can preach like Lord Jesus Christ. ਕੋਈ ਵੀ ਪ੍ਰਭੂ ਯੀਸ਼ੂ ਮਸੀਹ ਤਰ੍ਹਾਂ ਪ੍ਰਚਾਰ ਨਹੀਂ ਕਰ ਸਕਦਾ. He is the greatest of all preachers. ਉਹ ਸਾਰੇ ਪ੍ਰਚਾਰਕਾਂ ਚੋਂ ਮਹਾਨ ਪ੍ਰਚਾਰਕ ਸੀ. All the preachers since his time, all the preachers and pastors, we do a tiny bit of what he did. ਜੋ ਪ੍ਰਭੂ ਯੀਸ਼ੂ ਮਸੀਹ ਨੇ ਕੀਤਾ ਉਹਦੇ ਮੁਕਾਬਲੇ ਜਿੰਨੇ ਵੀ ਅੱਜ ਤੱਕ ਪ੍ਰਚਾਰਕ ਨੇ ਪਾਸਟਰ ਨੇ ਉਹਨਾਂ ਨੇ ਬਹੁਤ ਥੋੜਾ ਕੀਤਾ. Lord Jesus brings a 3D effect in the teaching and application of a subject. ਕਿਉਂਕਿ ਪ੍ਰਭੂ ਯੀਸ਼ੂ ਮਸੀਹ ਜਿਹੜਾ ਵਿਸ਼ਾ ਹੁੰਦਾ ਸੀ ਉਹਦਾ 3 ਤਰ੍ਹਾਂ ਜਿਹੜਾ ਦ੍ਰਿਸ਼ਟੀਕੋਣ ਹੈਗਾ ਉਹ ਪੇਸ਼ ਕਰਦੇ ਸੀ. When you consider the methodology of Lord Jesus Christ, it is quite extraordinary. ਤੇ ਜਦੋਂ ਆਪਾਂ ਉਹਨਾਂ ਨੇ ਜਿਸ ਤਰ੍ਹਾਂ ਵਿਸ਼ੇ ਨੂੰ ਢਾਲਿਆ
ਉਹਨੂੰ ਸਮਝੀਏ ਤੇ ਉਹ ਸਾਡੇ ਵਾਸਤੇ ਬੜਾ ਹੀ ਅਦਭੁਤ ਹੈਗਾ। Sometimes when reading, we miss some of these finer points. ਤੇ ਕਈ ਵਾਰ ਜਦੋਂ ਅਸੀਂ ਪੜ੍ਹ ਰਹੇ ਹੁੰਦੇ ਆ ਤੇ ਜਿਹੜੇ ਖਾਸ ਗੱਲਾਂ ਹੁੰਦੀਆਂ ਨੇ ਅਸੀਂ ਛੋੜ ਜਾਂਦੇ ਆ। For example, in this whole 84 verses, he speaks to three groups of people. ਕਿਉਂਕਿ ਇਹ ਜਿਹੜੇ 84 ਵਰਸ ਨੇ ਉਹਨਾਂ ਨੇ ਤਿੰਨ ਅਲੱਗ-ਅਲੱਗ ਜਿਹੜੇ ਸਮੁਦਾਇ ਦੇ ਲੋਕ ਸੀ ਉਹਨਾਂ ਨਾਲ ਗੱਲ ਕੀਤੀ। For example, ਉਦਾਹਰਨ ਤੌਰ Luke ਤੇ 14:25, he speaks to the multitudes. ਲੂਕਾ 14:25 ਚ ਉਹ ਜਿਹੜੀ ਆਮ ਹਜੂਮ ਨਾਲ ਗੱਲ ਕੀਤੀ ਉਹਨਾਂ ਨੇ। Luke 15:1, he speaks specifically to sinners and publicans. ਤੇ 15-20-21 ਜਿਹੜੇ ਲੋਕ ਆਪਣਾ ਪਾਪੀ ਸੀਗੇ ਤੇ ਆਪਣੇ ਆਪ ਨੂੰ ਪਾਪੀ ਨਹੀਂ ਮੰਨਦੇ ਸੀ, ਰਿਪਬਲਿਕਨ ਸੀਗਾ, ਉਹਨਾਂ ਬਾਰੇ ਗੱਲ ਕੀਤੀ। Luke 16:1, he speaks to disciples. ਤੇ 16:1 ਤੋਂ ਉਹਨਾਂ ਨੇ ਆਪਣੇ ਚੇਲਿਆਂ ਨਾਲ ਗੱਲ ਕੀਤੀ। The narration, the sermon goes from it goes deeper and deeper as we try to understand what God is doing. ਇਹ ਜਿਹੜਾ ਸੰਦੇਸ਼ ਹੈਗਾ ਜਿਵੇਂ ਜਿਵੇਂ ਅਸੀਂ ਪੜ੍ਹਨੇ ਆ ਉਵੇਂ ਉਵੇਂ ਇਹ ਗਹਿਰਾਈ 'ਚ ਜਾਂਦਾ ਹੈ। We love the bits and pieces of this sermon. ਸਾਨੂੰ ਇਹਦੇ ਅਲੱਗ-ਅਲੱਗ ਹਿੱਸੇ ਅੱਛੇ ਲੱਗਦੇ ਨੇ। We love the parable of the lost sheep. ਆਪਾਂ ਜਿਹੜੀ ਗਵਾਚੀ ਹੋਈ ਭੇਡ ਦਾ ਆਪਾਂ ਨੂੰ ਅੱਛਾ ਲੱਗਦਾ We ਹੈਗਾ। love the parable of the rich man and Lazarus. ਤੇ ਜਿਹੜਾ ਅਮੀਰ ਆਦਮੀ ਤੇ ਲਾਜ਼ਰਸ ਦਾ ਹੈਗਾ ਅੱਛਾ ਲੱਗਦਾ ਹੈ। Of course, we love the parable of the prodigal son. ਜਿਹੜਾ ਪ੍ਰੋਡੀਗਲ ਸਨ ਦਾ ਪੈਰਾਬਲ ਹੈ ਉਹ ਵੀ ਅੱਛਾ ਲੱਗਦਾ ਹੈ। We take those parables and apply them whichever way we think we should. ਅਸੀਂ ਉਹਨੂੰ ਲੈ ਕੇ ਜਿਸ ਤਰ੍ਹਾਂ ਸਾਨੂੰ ਅੱਛਾ ਲੱਗਦਾ ਹੈਗਾ ਅਸੀਂ ਉਸ ਤਰ੍ਹਾਂ ਉਹਦੇ ਨਾਲ ਸਮਝ ਲੈਂਦੇ ਆ। But if you take this 84 verses without a chapter and verse separations, ਪਰ ਜੇ ਇਹਨਾਂ ਨੂੰ ਅਸੀਂ ਇੱਕ ਸਾਰ ਦੇਖੀਏ 84 ਵਰਸ ਨੂੰ it will become different, it will become completely different. ਤੇ ਉਹਦਾ ਆਪਾਂ ਨੂੰ ਪਰਮੇਸ਼ਰ ਦਾ ਵਚਨ ਇੱਕ ਨਵਾਂ ਕੀ ਕਹਿੰਦੇ ਨੇ ਅਲੱਗ ਸੰਦੇਸ਼ ਦਿੰਦਾ ਹੈ। After studying these 84 verses, ਇਹਨਾਂ ਨੂੰ 84 ਵਰਸਾਂ ਨੂੰ ਸਮਝ ਕੇ I have concluded the title of this, maybe it will take 2 series, maybe 2 days, 2 weeks or 3 weeks. This series is going to be titled The Cost of Discipleship. ਤੇ ਇਹ ਜਿਹੜਾ ਪ੍ਰਚਾਰ ਹੈਗਾ ਇਹਦਾ ਸ਼ੀਰਸ਼ਕ ਮੈਂ ਦਿੱਤਾ ਹੈਗਾ ਕਿ ਚੇਲਾ ਬਣਨ ਦੀ ਕੀਮਤ ਚੁਕਾਣੀ ਤੇ ਅਸੀਂ 2-3 ਹਫ਼ਤੇ ਦੇਖਾਂਗੇ। This talks about discipleship, then he talks about the cost of discipleship. ਪਹਿਲੇ ਉਹ ਚੇਲਾ ਬਣਨ ਦੇ ਬਾਰੇ ਗੱਲ ਕਰਦੇ ਨੇ ਫਿਰ ਚੇਲਾ ਬਣਨ ਤੋਂ ਬਾਅਦ ਕੀ ਕੀਮਤ ਚੁਕਾਣੀ ਪੈਂਦੀ ਹੈ ਉਹਦੇ ਬਾਰੇ ਗੱਲ ਕਰਦੇ The ਨੇ। subject of all this 84 verses is only one thing, discipleship. ਤੇ ਪੂਰਾ 84 ਵਰਸਾਂ ਦਾ ਜਿਹੜਾ ਵਿਸ਼ੇ ਹੈਗਾ ਉਹ ਹੈਗਾ ਚੇਲੇ ਬਣਨਾ। He starts Luke 14:26. ਤੇ ਲੂਕਾ 14:26 ਤੋਂ ਸ਼ੁਰੂ ਹੁੰਦਾ ਹੈ। If any man come to me and hate not his father and mother and wife and children and brethren and sisters, even his own life, he cannot be my disciple. यदि कोई मेरे पास आए और अपने माता और पिता पत्नी और बच्चों भाइयों और बहनों वरण अपने प्राण को भी अप्रिय ना जाने तो वह मेरा चेला नहीं हो सकता। Who is a disciple? चेला कौन है? A disciplined follower is a disciple. जेड़ा चेला अनुशासन विच रहिंदा है वो चेला है। Not just any follower. हर कोई पीछे चलने वाला नहीं। There are millions of followers. बहुत ਲੱਖਾਂ ਦੀ ਤਾਦਾਦ ਵਿੱਚ ਆਪਣੇ ਹੈਗੇ ਨੇ ਪਿੱਛੇ ਚੱਲਣ ਵਾਲੇ But there are very few disciples. ਪਰ ਬਹੁਤ ਘੱਟ ਚੇਲੇ ਨੇ। Coming from the culture we come from, ਅਸੀਂ ਜਿਹੜੇ ਕਿ ਆਪਣਾ ਕਲਚਰ ਤੋਂ ਆਨੇ ਆ we have around us when we are growing up, we have fans of movie actors. ਤੇ ਜਦੋਂ ਅਸੀਂ ਵੱਡੇ ਹੋ ਰਹੇ ਹੁੰਦੇ ਆ ਉਸ ਟਾਈਮ ਜਿਹੜੇ ਵੀ ਮੂਵੀਆਂ ਦੇ ਐਕਟਰ ਹੁੰਦੇ ਨੇ ਸਾਨੂੰ ਬੜੇ ਰੋਚਕ ਹੁੰਦੇ ਨੇ। I'm pretty sure in your class there were some people who were better than, little more than fans. ਤੁਹਾਡੇ ਉਸਦਾ ਜਿੱਥੋਂ ਜਦੋਂ ਪੜ੍ਹਦੇ ਹੋ ਤਾਂ ਉਦੋਂ ਤੁਹਾਡੇ ਕਲਾਸ ਵਿੱਚ ਤੁਹਾਡੇ ਤੋਂ ਜ਼ਿਆਦਾ ਲੋਕੀ ਫੈਨ ਹੋਣ। Some fans try to imitate their heroes. ਕੁਝ ਜਿਹੜੇ ਹੁੰਦੇ ਨੇ ਉਹ ਆਪਣੇ ਹੀਰੋ ਤਰ੍ਹਾਂ ਬਿਲਕੁਲ ਬਿਹੇਵ ਕਰਦੇ ਨੇ। There were a couple of guys in my class who were fans of Amitabh Bachchan. ਕੁਝ ਲੋਕ ਮੇਰੀ ਕਲਾਸ ਹੀ ਸੀਗੇ ਜਿਹੜੇ ਅਮਿਤਾਭ ਬੱਚਨ ਦੇ ਫੈਨ ਸੀ। One fellow was tall, one fellow was short. ਇੱਕ ਲੰਬਾ ਸੀ ਨਾਟਾ ਸੀ। But it didn't stop them. They dressed like Amitabh Bachchan, hairstyle Amitabh Bachchan, colors was Amitabh Bachchan, everything. Their books were pictures of Amitabh. Everywhere Amitabh Bachchan was there. ਉਹ ਕੱਪੜੇ ਉਹਨਾਂ ਦੇ ਵਾਲ ਉਹਨਾਂ ਦਾ ਰਹਿਣ ਸਹਿਣ ਦਾ ਤਰੀਕਾ ਕਿਤਾਬਾਂ ਤੇ ਵੀ ਫੋਟੋਆਂ ਸਭ ਕੁਝ ਅਮਿਤਾਭ ਦਾ ਸੀ।
You want to know anything about Amitabh Bachchan, you can ask them and they will know. You don't have to worry. ਤੁਸੀਂ ਅਮਿਤਾਭ ਬੱਚਨ ਬਾਰੇ ਕੁਝ ਪੁੱਛਣਾ ਹੈਗਾ ਤਾਂ ਉਹਨੂੰ ਪੁੱਛ ਸਕਦੇ ਹੋ, ਉਹਨੂੰ ਸਭ ਪਤਾ ਹੈ। You want to get a ticket when there is a full rush, they will find a ticket for you. ਜੇ ਕੋਈ ਨਵੀਂ ਪਿਕਚਰ ਲੱਗੀ ਹੈਗੀ ਹੈ ਤੇ ਉਹ ਤੁਹਾਨੂੰ ਟਿਕਟ ਵੀ ਮੁਹੱਈਆ ਕਰਾਉਂਦੇ ਨੇ। Great fans. ਸੌਰੀ, Great fans. ਉਹਨਾਂ ਨੂੰ ਸਾਰੀ ਗੱਲਾਂ ਪਤਾ ਨੇ। But in one part of India, there are die-hard fans. I want to talk about them. ਪਰ ਇੰਡੀਆ 'ਚ ਇੱਕ ਜਗ੍ਹਾ ਐਸੇ ਲੋਕ ਵੀ ਹੈਗੇ ਨੇ ਜਿਹੜੇ ਆਪਣੀ ਜਾਨ ਨੂੰ ਦੇਣ ਤਿਆਰ ਹੋ ਜਾਂਦੇ They ਨੇ। are in Tamil Nadu specifically. ਉਹ ਖਾਸ ਕਰ ਤਮਿਲਨਾਡੂ 'ਚ ਹੈਗੇ ਨੇ। Nowhere else in this India you will find like them. ਹੋਰ ਇੰਡੀਆ 'ਚ ਤੁਹਾਨੂੰ ਕਿਧਰੇ ਨਜ਼ਰ ਨਹੀਂ ਆਉਣਗੇ। Everywhere you will find good followers, but nobody like die-hard fans. ਹਰ ਜਗ੍ਹਾ ਤੁਹਾਨੂੰ ਅੱਛੇ ਤਾਂ ਮਿਲ ਜਾਣਗੇ ਆਪਣਾ ਫੈਨ, ਪਰ ਜਿਹੜੇ ਮਰਨ ਨੂੰ ਤਿਆਰ ਹੁੰਦੇ ਨੇ ਉਹ ਨਹੀਂ ਮਿਲਣਗੇ। There was an actor before called MGR. ਇੱਕ MGR ਕਰਕੇ ਐਕਟਰ ਸੀਗਾ, The day he died, ਜਿਸ ਦਿਨ ਮਰਿਆ ਉਹ, a couple of them were so sorrowful they put petrol on themselves and burnt themselves. How you will find such fans? ਤੇ ਕੁਝ ਲੋਕਾਂ ਨੇ ਆਪਣੇ ਤੇ ਤੇਲ ਪਾ ਕੇ ਅੱਗ ਲਾ ਲਈ। We will look at them and say, what stupid waste of life. ਤੁਸੀਂ ਸੋਚੋ ਕਿੰਨੇ ਬੇਵਕੂਫ ਨੇ ਜ਼ਿੰਦਗੀ ਖਰਾਬ ਕਰ ਰਹੇ ਨੇ। But Lord Jesus is looking for those fans. ਪਰ ਪ੍ਰਭੂ ਯਿਸੂ ਮਸੀਹ ਉਸ ਤਰ੍ਹਾਂ ਦੇ ਚੇਲੇ ਲੱਭ ਰਹੇ ਨੇ। He doesn't want this easygoing fans. ਉਹਨਾਂ ਨੂੰ ਉਹ ਚੇਲੇ ਨਾਲ ਕੋਈ ਰੁਚੀ ਨਹੀਂ ਹੈ ਜਿਹੜੇ ਕਿ ਸਿਰਫ ਕਦੀ ਕਦੀ ਕੰਮ ਆਉਂਦੇ He's ਨੇ। looking for die-hard ones. ਉਹ ਜਿਹੜੇ ਜਾਨ ਦੇਣ ਨੂੰ ਤਿਆਰ ਨੇ ਉਹਨਾਂ ਨੂੰ ਦੇਖਦੇ ਨੇ। That's why he said in that verse, if you can't give up your life, you cannot be my disciple. ਤਾਂ ਹੀ ਉਹਨਾਂ ਨੇ ਕਿਹਾ ਜੇ ਤੁਸੀਂ ਆਪਣਾ ਜੀਵਨ ਨਹੀਂ ਦੇ ਸਕਦੇ ਤੇ ਤੁਸੀਂ ਮੇਰੇ ਚੇਲੇ ਨਹੀਂ ਹੋ। MGR can get it, ਜੇ MGR ਇਨਸਾਨ ਨੂੰ ਮਿਲ ਸਕਦਾ ਹੈ, and other actors can get it, ਦੂਸਰਿਆਂ ਨੂੰ ਮਿਲ ਸਕਦਾ ਹੈ, but Lord Jesus very rarely gets it. ਪਰ ਪ੍ਰਭੂ ਯਿਸੂ ਮਸੀਹ ਬੜਾ ਔਖਾ ਕਦੇ ਕੋਈ ਮਿਲੇ। He doesn't want your leftovers. He wants everything of yours. ਉਹਨਾਂ ਨੂੰ ਤੁਹਾਡਾ ਬੱਚੇ ਖੁੱਚੇ ਨਹੀਂ ਚਾਹੀਦਾ, ਤੁਹਾਡਾ ਸੰਪੂਰਨ ਚਾਹੀਦਾ। Lord, I will serve you. First, let me look after my family, look after my business, look after my work. And if there is time, then I will do your work. It doesn't cut the mustard with Lord Jesus Christ. ਆਮ ਤੌਰ ਤੇ ਲੋਕ ਕਰਦੇ ਨੇ ਜਿਸ ਤੱਕ ਮੈਂ ਆਪਣੇ ਪਰਿਵਾਰ ਦਾ, ਵਪਾਰ ਦਾ, ਹੋਰ ਸਾਰੇ ਕੰਮ ਕਰ ਲਵਾਂ, ਜਿਹੜਾ ਅਗਰ ਕੋਈ ਟਾਈਮ ਬਚ ਜਾਏਗਾ ਤੇ ਉਹ ਤੁਹਾਡੇ ਸਿਰ ਚੱਲਾਂਗਾ ਮੈਂ। Oh, when I'm going to do God's work and suddenly there is a need, I have to look after my children. Oh, okay, let God's word go. I'll look after my children. ਜਦੋਂ ਪਰਮੇਸ਼ਰ ਦੇ ਕੰਮ ਵਾਸਤੇ ਜਾ ਰਹੇ ਹਾਂ, ਅਚਾਨਕ ਬੱਚੇ ਦੀ ਜ਼ਰੂਰਤ ਪੈ ਜਾਏ, ਉਹ ਕਹਿੰਦੇ ਨੇ ਮੈਂ ਤਾਂ ਬੱਚੇ ਨੂੰ ਦੇਖਾਂਗਾ, ਰੱਬ ਦਾ ਕੰਮ ਫੇਰ। That doesn't make you a disciple. ਉਹ ਤੁਹਾਨੂੰ ਫਿਰ ਚੇਲਾ ਨਹੀਂ ਬਣਾਉਂਦਾ। You may be a believer, ਤੁਸੀਂ ਵਿਸ਼ਵਾਸੀ ਹੋ ਸਕਦੇ but you're ਹੋ not a disciple. ਪਰ ਚੇਲੇ ਨਹੀਂ ਹੈਗੇ। He should be first in everything in our life. ਪ੍ਰਭੂ ਸਾਡੇ ਜੀਵਨ ਦੇ ਹਰ ਚੀਜ਼ ਵਿੱਚ ਪਹਿਲਾ ਦਰਜਾ ਹੋਣਾ ਚਾਹੀਦਾ। That is why he is introducing, when in his sermon, first thing, he is introducing 3 costs. ਐਸੀ ਕਰਕੇ ਉਹ ਜਿਹੜੇ ਪ੍ਰਚਾਰ ਦੇ ਸ਼ੁਰੂ ਵਿੱਚ ਹੀ 3 ਕੀਮਤ ਜਿਹੜੇ ਚੁਕਾਉਣੀ ਉਹਦੇ ਬਾਰੇ ਗੱਲ ਕਰਦੇ The ਨੇ। cost of relationships, ਰਿਸ਼ਤੇ ਦੀ ਕੀਮਤ, the cost of carrying the cross, ਸਲੀਬ ਚੱਕ ਕੇ ਚੱਲਣ ਦੀ ਕੀਮਤ, the cost of sacrifice. ਬਲੀਦਾਨ ਦਾ ਕੀਮਤ। In this verse 14:26, Lord Jesus makes it clear that we have to hate our father, mother, wife, children, brethren, sisters, and our own life to be a disciple. ਅਤੇ 14:26 ਚ ਉਹਨਾਂ ਨੇ ਸਾਫ਼ ਕੀਤਾ ਹੈ ਕਿ ਅਸੀਂ ਆਪਣੇ ਮਾਪਿਓ, ਪਤਨੀ, ਬੱਚੇ, ਭੈਣ ਭਰਾ, ਇਸ ਤੱਕ ਕਿ ਆਪਣੀ ਜ਼ਿੰਦਗੀ ਨੂੰ ਵੀ ਆਪਣਾ ਕੀਮਤੀ ਨਾ ਜਾਣੀਏ ਤਾਂ ਡਿਸਾਈਪਲ ਬਣ ਸਕਦੇ ਹਾਂ। Hate is a very strong emotion. ਨਫ਼ਰਤ ਕਰਨਾ ਜਿਹੜਾ ਹੈਗਾ ਇੱਕ ਬੜੀ ਸਟਰੋਂਗ ਭਾਵਨਾ ਹੈ। Think about some things you hate. ਉਹ ਚੀਜ਼ ਬਾਰੇ ਸੋਚੋ ਜਿਹਨੂੰ ਤੁਸੀਂ ਨਫ਼ਰਤ ਕਰਦੇ ਹੋ। Maybe the gutter, you know, in India we used to have the gutters near our house. Maybe you hate that, right? ਹੋ ਸਕਦਾ ਜਿਹੜਾ ਗਟਰ ਜਿਹੜਾ ਗੰਦਗੀ ਹੁੰਦੀ ਹੈ ਜਿਹਦੇ 'ਚ ਉਹਨੂੰ ਅਸੀਂ ਨਫ਼ਰਤ ਕਰੀਏ। Do we hate ourselves like that? ਕਿਆ ਅਸੀਂ ਆਪਣੇ ਆਪ ਨੂੰ ਉਸ ਤਰ੍ਹਾਂ ਨਫ਼ਰਤ ਕਰਦੇ ਹਾਂ? The word hate comes from the Greek word mesio. ਇਹ ਗ੍ਰੀਕ ਵਰਡ ਮੈਥਿਓ ਤੋਂ ਆਉਂਦਾ ਹੈ। Mesio. ਮੈਸੀਓ ਤੋਂ ਆਉਂਦਾ ਹੈ। It means to love less. ਉਹਦਾ ਮਤਲਬ ਹੈ ਘੱਟ ਪਿਆਰ ਕਰਨਾ। So what he's saying there is, if any man come to me and love me, love his father, mother, wife, children, and brothers, sisters, and his life less than me, then only you can be a disciple. ਉਹ ਕਹਿੰਦੇ ਨੇ ਜਦੋਂ ਤੁਸੀਂ ਮੇਰੇ ਕੋਲ ਆਉਂਦੇ ਹੋ ਤੇ ਤੁਸੀਂ ਆਪਣੇ ਮਾਤਾ ਪਿਤਾ, ਭੈਣ ਭਰਾਵਾਂ ਨੂੰ, ਹੋਰ ਰਿਸ਼ਤਿਆਂ ਨੂੰ ਮੇਰੇ ਤੋਂ ਘੱਟ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਚੇਲੇ ਹੈਗੇ ਹੋ। Lord Jesus has to have precedence and priority in every area of our life. ਜੇ ਚੇਲੇ ਬਣਨਾ ਚਾਹੁੰਦੇ ਹੋ ਤੇ ਮਸੀਹ ਦਾ ਜਿਹੜਾ
ਉਹਨਾਂ ਦਾ ਕੰਮ ਦਾ ਜਿਹੜਾ ਆਪਣਾ ਤੁਹਾਡੇ ਦਿਮਾਗੀ ਗੱਲ ਹੈਗੀ ਏ ਉਹ ਸਭ ਤੋਂ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਹੈ। Let's check our hearts now. ਆਪਣੇ ਦਿਲਾਂ ਨੂੰ ਜਾਂਚੀਏ। Can you make a list of people, things, everything that you love more than Lord Jesus Christ? ਕਿਆ ਤੁਹਾਡੇ ਜੀਵਨ ਵਿੱਚ ਐਸੇ ਕੁਝ ਲੋਕ ਜਾਂ ਰਿਸ਼ਤੇ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਪਰਮੇਸ਼ਵਰ ਯਿਸੂ ਮਸੀਹ ਤੋਂ ਜ਼ਿਆਦਾ ਅਹਿਮੀਅਤ ਦਿੰਦੇ ਹੋ? Love means I'm talking about being a fan of it. ਪਿਆਰ ਦਾ ਮਤਲਬ ਹੈ ਕਿ ਤੁਸੀਂ ਉਹਨਾਂ ਦੇ ਵਾਸਤੇ ਵਿਕੇ ਹੋਏ ਹੋ, That overtakes Lord Jesus Christ. ਜਿੰਦੇ ਪ੍ਰਭੂ ਦਾ ਨੰਬਰ ਸਭ ਤੋਂ ਪਹਿਲਾ ਹੈਗਾ। No, anything that goes above Lord Jesus Christ. ਜਿਹੜੇ ਕਿ ਪ੍ਰਭੂ ਤੋਂ ਉੱਪਰ ਜੇ ਕੋਈ ਗੱਲਾਂ ਆਉਂਦੀਆਂ ਨੇ, ਅਗਰ Even if you have one item on that list, we fail the test. ਜੇ ਇੱਕ ਵੀ ਕੋਈ ਐਸੀ ਚੀਜ਼ ਹੈ ਜਿਹੜੀ ਰੱਬ ਤੋਂ ਉੱਪਰ ਆਂਦੀ ਹੈ, ਫਿਰ ਅਸੀਂ ਇਸ ਚੀਜ਼ ਤੋਂ ਫੇਲ ਹੋ ਜਾਂਦੇ ਹਾਂ। This is not to discourage you. ਇਹ ਤੁਹਾਨੂੰ ਕੋਈ ਆਪਣਾ ਨੀਚਾ ਕਰਨ ਦੀ ਲੋੜ ਨਹੀਂ I'm ਹੈਗੀ। actually giving you what the standard of the scripture is. ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਪਰਮੇਸ਼ਵਰ ਦਾ ਵਚਨ ਕੀ ਸਥਰ ਦੱਸਦਾ ਹੈ। You don't have to already have everything. That is not what Lord is meaning here. ਉਹ ਪਰਮੇਸ਼ਵਰ ਤੇ ਇਹ ਨਹੀਂ ਕਹਿ ਰਿਹਾ ਕਿ ਤੁਹਾਡੇ ਕੋਲ ਸਾਰੀ ਚੀਜ਼ਾਂ ਪਹਿਲੇ ਹੋਣੀ ਚਾਹੀਦੀਆਂ, But you have to grow towards that point. ਪਰ ਆਪਾਂ ਨੂੰ ਉਹ ਚੀਜ਼ਾਂ ਦੇ ਵੱਲ ਵਧਣਾ ਹੈ। This year, you may have 10 things in your list. ਅੱਜ ਹੋ ਸਕਦਾ ਤੁਹਾਡੇ ਜੀਵਨ ਵਿੱਚ 10 ਚੀਜ਼ਾਂ ਜ਼ਿਆਦਾ ਮਹੱਤਵ ਰੱਖਣ। Next year, you should have at least eliminated 1 or 2 of those things and you are growing towards it. ਤੇ ਅਗਲੇ ਸਾਲ ਜੇ ਤੁਸੀਂ ਇੱਕ ਦੋ ਚੀਜ਼ਾਂ ਨੂੰ ਖਤਮ ਕਰ ਲੈਂਦੇ ਹੋ ਉਹਨਾਂ ਵਿੱਚੋਂ, ਇੰਨਾ ਮਤਲਬ ਤੁਸੀਂ ਅੱਗੇ ਵਧ ਰਹੇ ਹੋ। If this year is the same as last year, you have not grown anywhere in the discipleship. It's a simple thing. ਤੇ ਜੇ ਇਸ ਸਾਲ ਜਿਹੜਾ ਹੈਗਾ ਪਿਛਲੇ ਸਾਲ ਵਰਗਾ ਹੈਗਾ, ਇੰਨਾ ਮਤਲਬ ਤੁਸੀਂ ਉਹਨਾਂ ਵਿੱਚ ਵਧੇ ਨਹੀਂ ਹੋ। It is same as you plant a tree, plant in the garden. ਜਿਵੇਂ ਆਪਾਂ ਇੱਕ ਪੌਦਾ ਲਗਾਉਂਦੇ ਆ ਬਗੀਚੇ 'ਚ, After a few years, it doesn't grow. ਕੁਝ ਸਾਲਾਂ ਬਾਅਦ ਉਹ ਵੱਧਦਾ ਨਹੀਂ। ਅਗਰ What do you tell about the tree, about that plant? ਤੁਸੀਂ ਕੀ ਕਹੋਗੇ ਉਹ ਪੌਦੇ ਦੇ ਬਾਰੇ? Useless plant, let us pull it and throw, we'll give that space to something else which can grow, right? ਉਹ ਕਹਿੰਦੇ ਨੇ ਇਹ ਨਕਾਰੀ ਚੀਜ਼ ਹੈਗੀ ਏ, ਇਹਨੂੰ ਉਖਾੜ ਦਿਓ ਤਾਂ ਕਿ ਇਹਨੇ ਜਗ੍ਹਾ ਕੋਈ ਹੋਰ ਲਾਵਾਂਗੇ। You have to have that growth. Growth is eliminating the fleshly things that take precedence over Lord Jesus Christ. ਇਸ ਕਰਕੇ ਤੁਸੀਂ ਤੁਹਾਨੂੰ ਅੱਗੇ ਵਧਣ ਦੀ ਲੋੜ ਹੈ ਤਾਂ ਕਿ ਜਿਹੜੀ ਸਰੀਰ ਦੀ ਜਿਹੜੇ ਕਮਜ਼ੋਰੀਆਂ ਨੇ ਉਹਨਾਂ ਤੇ ਜਿੱਤ ਪਾ ਸਕੋ। That is what he's saying in Luke 14:26. ਇਹੋ ਗੱਲ ਕਹਿ ਰਹੇ ਨੇ ਲੂਕਾ 14:26 You must love anything else less than me. ਤੁਸੀਂ ਹੋਰ ਹਰ ਚੀਜ਼ ਨੂੰ ਮੇਰੇ ਤੋਂ ਘੱਟ ਪਿਆਰ ਕਰਨਾ ਹੈ। It is what happens in a marriage. ਸ਼ਾਦੀ 'ਚ ਇਸ ਤਰ੍ਹਾਂ ਹੁੰਦਾ ਹੈ, When a man and woman get married, ਜਦੋਂ ਸ਼ਾਦੀ ਹੁੰਦੀ ਹੈ ਆਦਮੀ ਤੇ ਔਰਤ ਦੀ, the husband or wife will take priority over parents, brothers, sisters, everybody else. It's simple thing. It's the same thing Lord expects from you and me. ਤੇ ਪਤੀ ਤੇ ਪਤਨੀ ਦੇ ਦੋਨਾਂ ਦੇ ਜਿਹੜੇ ਆਪਣਾ ਰਿਸ਼ਤੇ ਵਿੱਚ ਹਰ ਹੋਰ ਜਿਹੜਾ ਦੂਸਰਾ ਕੋਈ ਰਿਸ਼ਤਾ ਹੈਗਾ ਉਹ ਦੂਜੇ ਨੰਬਰ ਤੇ ਆਉਂਦਾ ਹੈ। But you know, our culture many times parents, brothers, sisters take priority over the wife or husband. That is wrong way to run a married life. ਪਰ ਜੇ ਕੋਈ ਹੋਰ ਰਿਸ਼ਤਾ ਮਾਂ-ਬਾਪ ਜਾਂ ਭੈਣ ਭਰਾ ਪਤੀ ਤੋਂ ਉੱਪਰ ਆਉਂਦਾ ਹੈਗਾ, ਇਹਦਾ ਮਤਲਬ ਤੁਹਾਡਾ ਜਿਹੜਾ ਵਿਵਾਹਿਤ ਜੀਵਨ ਹੈਗਾ ਉਹ ਸਹੀ ਨਹੀਂ ਹੈ। I am not saying that you should not love your parents or brothers, sisters, or what I'm saying is your wife or husband has to take priority over everything. ਮੈਂ ਨਹੀਂ ਕਹਿੰਦਾ ਆਪਣੇ ਮਾਪਿਓ ਭੈਣ ਭਰਾ ਨਾਲ ਪਿਆਰ ਨਾ ਕਰੋ, ਪਰ ਜਿਹੜਾ ਤੁਹਾਡਾ ਆਪਸ ਦਾ ਰਿਸ਼ਤਾ ਹੈਗਾ ਉਹ ਸਾਰੇ ਰਿਸ਼ਤਿਆਂ ਤੋਂ ਉੱਪਰ ਹੋਣਾ ਚਾਹੀਦਾ ਹੈ। As if you want to be a disciple, are you willing to pay the cost of relationship? That is the first thing. ਪਹਿਲਾ ਸਵਾਲ ਹੈਗਾ ਕਿ ਜਦੋਂ ਜੇ ਤੁਸੀਂ ਚੇਲੇ ਬਣਨਾ ਚਾਹੁੰਦੇ ਹੋ, ਕਿਆ ਤੁਸੀਂ ਉਹਦੀ ਕੀਮਤ ਦੇਣ ਨੂੰ ਤਿਆਰ ਹੋ? That's a big question which we will answer first. ਇਹ ਵੱਡਾ ਸਵਾਲ ਹੈ ਜਿਹਦਾ ਜਵਾਬ ਪਹਿਲੇ ਦੇਵਾਂਗੇ। Then Lord Jesus brings the second cost. ਤੇ ਫਿਰ ਪ੍ਰਭੂ ਯਿਸੂ ਮਸੀਹ ਦੂਸਰੀ ਕੀਮਤ ਦੀ ਗੱਲ ਕਰਦੇ ਆ, The cost of carrying the cross. ਸਲੀਬ ਚੱਕਣ ਦਾ ਕੀਮਤ। Luke 14:27. ਲੂਕ 14:27 He says, and whosoever doth not bear his cross and come after me cannot be my disciple. और जो कोई अपना क्रूस ना उठाए और मेरे पीछे ना आए वह भी मेरा चेला नहीं हो सकता। Bearing the cross. सलीब लाके चलना What does it mean? की मतलब है? It means the only time a person carries his cross
is from the time of sentencing till the time he is crucified. ਉਹ ਜਿਹੜੇ ਸਲੀਬ ਚੱਲਣਾ ਮਤਲਬ ਹੈ ਜਦੋਂ ਉਹਨਾਂ ਨੂੰ ਸਜ਼ਾ ਹੋਈ ਤੇ ਜਿਸ ਤੱਕ ਉਹ ਸਲੀਬ ਤੇ ਗਏ ਉਹ ਸਾਰਾ ਰਸਤਾ ਉਹਨੇ ਕਰੂਸ ਚੱਕਣਾ ਹੈ। That is the only time a person carries the cross. ਸਿਰਫ ਉਹੀ ਸਮੇਂ ਹੈਗਾ ਜਦੋਂ ਸਲੀਬ ਚੱਕੀ ਜਾਂਦੀ ਹੈ। As you are carrying the cross, people are standing in the wayside in your own town and laughing at you, jeering you, cursing you, screaming at you. ਤੇ ਜਦੋਂ ਤੁਸੀਂ ਆਪਣਾ ਸਲੀਬ ਲੈ ਕੇ ਚੱਲ ਰਹੇ ਹੋ ਤੁਸੀਂ ਆਪਣੇ ਸ਼ਹਿਰ 'ਚ ਹੈਗੇ ਹੋ ਉੱਥੇ ਦੇ ਲੋਕ ਤੁਹਾਡੇ ਜਾਣਕਾਰ ਤੁਹਾਡਾ ਮਜ਼ਾਕ ਉਡਾ ਰਹੇ ਨੇ ਤੁਹਾਡੇ ਦੇ ਆਪਣਾ ਫਿਤੀਆ ਕਿਸ ਕੱਸ ਰਹੇ ਨੇ ਤੁਹਾਨੂੰ ਬੁਰਾ ਭਲਾ ਕਹਿ ਰਹੇ ਨੇ। So applying this in Christian life, ਇਹਨੂੰ ਮਸੀਹਤ ਵਿੱਚ ਲੈਣ for ਵਾਸਤੇ us to carry our crosses, we carry our faith in spite of the criticisms, of all the laughing, of all the, they're calling us stupid and useless and backward, we still carry our faith boldly. Hallelujah. That is carrying the cross. ਤੇ ਆਪਣਾ ਸਲੀਬ ਲੈ ਕੇ ਚੱਲਣਾ ਹੈਗਾ ਕਿ ਤੁਸੀਂ ਆਪਣੇ ਵਿਸ਼ਵਾਸ ਵਿੱਚ ਪੱਕੇ ਰਹਿਣਾ ਹੈ ਭਾਵੇਂ ਤੁਹਾਡੇ ਆਸ-ਪਾਸ ਦੇ ਰਿਸ਼ਤੇਦਾਰ ਲੋਕ ਜਿਹੜੇ ਹੈਗੇ ਨੇ ਤੁਹਾਡੇ ਜਿੰਨੂੰ ਮਰਜ਼ੀ ਤੁਹਾਡੇ ਆਪਣਾ ਦੁੱਖਤਾ ਚੀਨੀ ਕਰਨ। We sometimes ignore our faith to please some people. Sometimes we do that. ਕਈ ਵਾਰ ਅਸੀਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਆਪਣੇ ਵਿਸ਼ਵਾਸ ਨੂੰ ਪਿੱਛੇ ਕਰ ਦਿੰਦੇ ਹਾਂ। That is not carrying the cross. ਉਹਦਾ ਮਤਲਬ ਨਹੀਂ ਕਿ ਸਲੀਬ ਚੱਕਣਾ। But it's not just carrying the cross. Ultimately, you need to be crucified with Christ. ਸਿਰਫ ਇਹ ਸਲੀਬ ਚੱਕ ਕੇ ਚੱਲਣਾ ਨਹੀਂ ਹੈ ਤੁਹਾਡਾ ਅਖੀਰ ਤਾਂ ਹੈਗਾ ਕਿ ਤੁਹਾਨੂੰ ਆਪਣਾ ਬਲੀਦਾਨ ਦੇਣਾ ਪੈਣਾ ਹੈ। Galatians 2:20, the Bible says, ਗਲੇਸ਼ੀਅਨ 2:20 ਕਹਿੰਦਾ ਹੈ I am crucified with Christ, nevertheless I live, yet not I, but Christ liveth in me, and the life which I now live in the flesh, I live by the faith of the Son of God, who loved me and gave himself for me. मैं मसीह के साथ क्रूस पर चढ़ाया गया हूँ और अब मैं जीवित ना रहा पर मसीह मुझ में जीवित है और मैं शरीर में अब जो जीवित हूँ तो केवल उस विश्वास से जीवित हूँ जो परमेश्वर के पुत्र पर है जिसने मुझसे प्रेम किया और मेरे लिए अपने आप को दे दिया। Paul carried the cross every day. ਪੌਲੂ ਜਿਹੜਾ ਹੈਗਾ ਰੋਜ਼ ਸਲੀਬ ਲੈ ਕੇ ਚੱਲਦਾ ਸੀ And ultimately he said, I am crucified with Christ. ਤੇ ਉਹਨੇ ਕਿਹਾ ਅਖੀਰ ਤੇ ਕਿ ਮੈਂ ਪ੍ਰਭੂ ਦੇ ਨਾਲ ਸਲੀਬ ਤੇ ਚੜਾਇਆ ਗਿਆ। He was carrying the cross every day. ਉਹ ਆਪਣੀ ਸਲੀਬ ਰੋਜ਼ ਲੈ ਕੇ ਚੱਲਦਾ He ਸੀ। was a disciple of Christ. ਉਹ ਪ੍ਰਭੂ ਯਿਸੂ ਮਸੀਹ ਦਾ ਚੇਲਾ ਸੀ। Today the general pool of knowledge of the church has been corrupted by the prosperity gospel. ਅੱਜ ਕੱਲ ਪ੍ਰੋਸਪੈਰਿਟੀ ਗੋਸਪਲ ਕਰਕੇ ਕਲੀਸਿਆ ਦੀ ਜਿਹੜੀ ਆਮ ਜਿਹੜੀ ਬੁੱਧੀ ਹੈਗੀ ਹੈ ਉਹ ਖਰਾਬ ਹੋ ਗਈ ਹੈ। People are told, you come, everything will be fine, God will take care of you. It is a prosperity thing and God will make sure you have no problems. That is the gospel today. ਅੱਜ ਕੱਲ੍ਹ ਲੋਕੀ ਸਮਾਚਾਰ ਦਿੰਦੇ ਨੇ ਤੁਸੀਂ ਆ ਜਾਓ ਤੁਹਾਨੂੰ ਤਰੱਕੀ ਹੋਏਗੀ ਤੁਹਾਨੂੰ ਕਿਸ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੋਏਗੀ। All you have to do is say sorry for your sins. ਸਿਰਫ ਆਪਣੇ ਗੁਨਾਹ ਵਾਸਤੇ ਮਾਫੀ ਮੰਗ ਲਓ। Whether you mean it or not, they make you do the salvation prayer and say, oh, you are born again, go get baptized, you are now member of the church. ਭਾਵੇਂ ਤੁਸੀਂ ਦਿਲੋਂ ਤਿਆਰ ਹੈਗੇ ਹੋ ਜਾਂ ਨਹੀਂ ਹੈਗੇ ਹੋ ਉਹ ਤੁਹਾਨੂੰ ਸਿਰਫ ਮੂੰਹ ਤੋਂ ਕਹਾ ਦਿੰਦੇ ਨੇ ਤੇ ਕਹਿੰਦੇ ਨੇ ਹੁਣ ਤੁਸੀਂ ਬਪਤਿਸਮਾ ਲਓ ਤੁਸੀਂ ਕਲੀਸਿਆ ਦੇ ਮੈਂਬਰ ਬਣ ਗਏ। I will challenge these people to tell what is the cost of the gospel. ਮੈਂ ਲੋਕਾਂ ਨੂੰ ਇੱਕ ਚੈਲੰਜ ਦੇਣਾ ਕਿ ਇਹ ਪੂਰੀ ਗੱਲ ਸੁਣਾ ਕੇ ਉਸ ਤੋਂ ਬਾਅਦ ਤੁਸੀਂ ਆਪਣਾ ਚੇਲਾ ਬਣਾਓ। This is what Lord Jesus Christ demands from you. ਇਹ ਪ੍ਰਭੂ ਯਿਸੂ ਮਸੀਹ ਤੁਹਾਡੇ ਤੋਂ ਚਾਹੁੰਦੇ ਨੇ। Are you still willing to follow Lord Jesus Christ? ਕਿਆ ਤੁਸੀਂ ਫੇਰ ਵੀ ਉਹਨਾਂ ਪਿੱਛੇ ਚੱਲਣ ਨੂੰ ਤਿਆਰ ਹੋ? Then the real gospel will be talked about. ਉਸ ਤੋਂ ਬਾਅਦ ਜਿਹੜੀ ਅਸਲੀ ਆਪਣਾ ਸੁਸਮਾਚਾਰ ਹੈ ਉਹ ਸਾਹਮਣੇ ਆਉਂਦਾ ਹੈ। So the cost of relationship, the cost of carrying the cross, then he introduces the third cost, the cost of sacrifice. ਤੇ ਪਹਿਲਾ ਹੈਗਾ ਰਿਸ਼ਤੇ ਦਾ ਦੂਸਰਾ ਹੈਗਾ ਕੀ ਕਹਿੰਦੇ ਨੇ ਸਲੀਬ ਚੱਕਣ ਦਾ ਤੀਸਰਾ ਹੈਗਾ ਬਲੀਦਾਨ ਦਾ। Luke 14:33 he says, so likewise whosoever he be of you that forsaketh not all that he hath, he cannot be my disciple. इसी रीति से तुम में से जो कोई अपना सब कुछ त्याग ना दे वह मेरा चेला नहीं हो सकता। Everything. सब कुछ। Christ has to be above everything. That is the demand if you want to be a disciple.
ਜੇ ਤੁਸੀਂ ਚੇਲਾ ਬਣਨਾ ਚਾਹੁੰਦੇ ਹੋ ਤੇ ਜਿਹੜੇ ਪ੍ਰਭੂ ਹੈਗੇ ਨੇ ਉਹ ਸਭ ਕੁਝ ਹੋਣੇ ਚਾਹੀਦੇ ਆ। He gave, to illustrate this point, he gives two examples. ਇਹਨੂੰ ਹੋਰ ਸਮਝਾਉਣ ਵਾਸਤੇ ਉਹਨਾਂ ਨੇ ਦੋ ਉਦਾਹਰਨ ਦਿੱਤੇ। He says, Luke 14:28, he says this. ਲੂਕਾ 14 ਦੇ 28 ਚ ਐਵੇਂ ਕਹਿੰਦੇ ਨੇ, One person intend to build a tower. ਜੇ ਤੁਸੀਂ ਕੋਈ ਆਪਣਾ ਬਿਲਡਿੰਗ ਬਣਾਉਣਾ ਚਾਹੁੰਦੇ You ਹੋ, can ਘਰ read ਬਣਾਉਣਾ ਚਾਹੁੰਦੇ 14:28. read it. For which of you, intending to build a tower, sitteth not down first and counteth the cost, whether he have sufficient to finish it? तुम में से कौन है जो गढ़ बनाना चाहता है और पहले बैठकर खर्च ना जोड़े कि पूरा करने की सामर्थ मेरे पास है कि नहीं। Because if you are halfway through, if you run out of money, people will mock you. कहीं ऐसा ना हो कि जब नींव डाल ले तब तैयार ना कर सके तो सब देखने वाले वह कहकर उसे ठट्ठे में उड़ाने लगे। And then in second example, he gives of a king in Luke 14:31. फिर एक राजा दे बारे 31 वर्ष जगह, Of what king going to make a war against another king sitteth not down first and consulteth whether he be able to meet with 10,000 to meet him that cometh against him with 20,000. या कोई ऐसा राजा है जो दूसरे राजा से युद्ध करने को जाता है और पहले बैठकर विचार ना कर ले कि जो 20,000 लेकर मुझ पर चढ़ा आता है क्या मैं 10,000 लेकर उसका सामना कर सकता हूं या नहीं। If he cannot, then he will send the offer of peace. नहीं तो उसको दूर रहते ही वह दूतों को भेजकर मिलाप करना चाहेगा। We have to understand the cost of disciple. We have to sit back and think, am I able to meet the cost? ऐस करके सानू ठंडे दिमाग में बैठ के सोचना चाहिए है कि क्या मैं कीमत चुकाने से तैयार Can I give up everything for Christ? क्या मैं मसीह वास्ते सब कुछ छोड़ सकदा? Can I give up my relationships? क्या मैं अपने रिश्ते छोड़ सकदा? Can I carry the cross? क्या मैं सलीब लेके चल सकदा? Can I give everything up for him? क्या मैं सब कुछ बलिदान कर सकदा? Am I able to sacrifice everything? क्या मैं सब कुछ बलिदान कर सकदा? If any of these answers to these questions is a no, then we have to rethink about being a disciple. ਤੇ ਜੇ ਇਹਨਾਂ ਸਵਾਲਾਂ 'ਚ ਕੋਈ ਵੀ ਸਵਾਲ ਨਹੀਂ ਹੈਗਾ ਫਿਰ ਆਪਾਂ ਨੂੰ ਆਪਣੇ ਚੇਲੇ ਹੋਣ ਦੇ ਬਾਰੇ ਦੁਬਾਰਾ ਸੋਚਣਾ। Are you a disciple, my dear brother, my dear sister? ਮੇਰੇ ਭੈਣੋ ਤੇ ਭਰਾਓ, ਕਿਆ ਤੁਸੀਂ ਚੇਲੇ ਹੈਗੇ ਹੋ? Who can you bear these costs? ਕਿਆ ਤੁਸੀਂ ਇਹ ਕੀਮਤ ਚੁਕਾ ਸਕਦੇ ਹੋ? That is what the Lord is demanding. ਇਹ ਪ੍ਰਭੂ ਤੁਹਾਡੇ ਤੋਂ ਮੰਗਦੇ ਨੇ। God is saying, I gave my son, I gave my everything to you. Are you willing to give everything to me? ਪਰਮੇਸ਼ਵਰ ਕਹਿੰਦੇ ਮੈਂ ਆਪਣਾ ਸਭ ਕੁਝ ਆਪਣਾ ਇਕਲੌਤਾ ਪੁੱਤਰ ਦੇਤਾ, ਕਿਆ ਤੁਸੀਂ ਸਭ ਕੁਝ ਦੇਣ ਵਾਸਤੇ ਤਿਆਰ ਹੋ? Lord Jesus adds in last two verses of 14th chapter, he adds this 14, 34 and 35. He says, salt is good, but if the salt have lost its savor, wherewith shall we be seasoned? It is neither fit for land, nor yet for the dunghill. Men will cast it out. He that hath an ear, let him hear. नमक तो अच्छा है, परंतु यदि नमक का स्वाद बिगड़ जाए तो वह किस वस्तु से नमकीन किया जाएगा? वह ना तो भूमि के और ना खाद के काम के लिए आता है, उसे तो लोग बाहर फेंक देते हैं। जिसके सुनने के कान हो वह सुन ले। We Christians are the salt of this earth. ਅਸੀਂ ਮਸੀਹ ਲੋਕ ਜਿਹੜੇ ਹੈਗੇ ਆ, ਅਸੀਂ ਜ਼ਮੀਨ ਦਾ ਨਮਕ ਹੈਗੇ ਆ। In Matthew 5:13, Lord Jesus said, you are the salt of the earth. ਮਤੀ 5:13 ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਤੁਸੀਂ ਇਹ ਜ਼ਮੀਨ ਦੇ ਨਮਕ ਹੋ। We are the reason why God did not destroy this earth. ਅਸੀਂ ਕਾਰਨ ਹੈਗੇ ਜਿਸ ਕਰਕੇ ਪਰਮੇਸ਼ਵਰ ਨੇ ਇਹ ਧਰਤੀ ਨੂੰ ਤਬਾਹ ਨਹੀਂ ਕੀਤਾ, Because of sin. ਗੁਨਾਹ ਕਰਕੇ। But of late, we have started to lose our saltiness. ਪਰ ਕਾਫੀ ਸਮੇਂ ਤੋਂ ਅਸੀਂ ਇਹ ਜਿਹੜਾ ਆਪਣਾ ਨਮਕੀਨਪਨ ਹੈਗਾ ਇਹ ਗਵਾ ਰਹੇ ਹਾਂ। We have started to lose almost every attribute that makes us a Christian according to the biblical standard. ਤੇ ਅਸੀਂ ਜਿਹੜਾ ਮਸੀਹ ਜਿਹੜਾ ਵਚਨ ਦੇ ਹਿਸਾਬ ਨਾਲ ਜੋ ਸਾਡੇ ਕਾਬਲੀਅਤਾਂ ਜਾਂ ਗੁਣ ਹੋਣੇ ਚਾਹੀਦੇ ਨੇ ਉਹ ਸਾਰੇ ਖੋਂਦੇ ਜਾ ਰਹੇ ਹਾਂ। We have compromised with the world in many ways. ਅਸੀਂ ਸੰਸਾਰ ਨਾਲ ਬੜੀ ਗੱਲਾਂ ਤੇ ਸਮਝੌਤਾ ਕੀਤਾ ਹੈ। We are almost like the salt which has lost its saltiness. ਅਸੀਂ ਉਸ ਨਮਕ ਤਰ੍ਹਾਂ ਹੈਗੇ ਆ ਜਿਹਨੇ ਆਪਣਾ ਕਾਫੀ ਸਵਾਦ ਖੋ ਲਿਆ। He who has ears, let
let him hear. That's what he says there in Luke 14:35. ਲੂਕਾ 14:35 ਕਹਿੰਦੇ ਜਿੰਦੇ ਕੰਨ ਹੋਣ ਉਹ ਸੁਣ ਲੈ, Whoever has ears to hear, let him hear. ਜਿੰਦੇ ਸੁਣਨ ਦੇ ਕੰਨ ਉਹ ਸੁਣੇ। This is, I think, Lord Jesus' famous favorite statement. ਇਹ ਪ੍ਰਭੂ ਯੀਸ਼ੂ ਮਸੀਹ ਦੀ ਕੀ ਇਹ ਖਾਸ ਆਪਣਾ ਵਚਨ ਹੈਗਾ, बहुत पसंदित. ਪਸੰਦੀਦਾ ਵਚਨ ਹੈ। Why I tell you, he told it 13 times in the New Testament. ਉਹਨਾਂ ਨੇ ਇਹਨੂੰ 13 ਵਾਰੀ ਨਵੇਂ ਨਿਯਮ ਵਿੱਚ ਕਿਹਾ ਹੈ। No other statement he has made 13 times. ਉਹਨਾਂ ਨੇ ਹੋਰ ਕੋਈ ਵਚਨ ਵੀ 13 ਵਾਰੀ ਨਹੀਂ He ਕਿਹਾ। who has ears to hear, let him hear. ਜਿੰਦੇ ਕੋ ਸੁਣਨ ਦੇ ਕੰਨ ਹੋਣ ਉਹ ਸੁਣ ਲਵੇ। If it is his favorite, it should become our favorite too. ਜੇ ਉਹਨਾਂ ਦਾ ਪਸੰਦੀਦਾ ਸੀਗਾ ਤੇ ਸਾਡਾ ਵੀ ਹੋਣਾ ਚਾਹੀਦਾ ਹੈ। Why? Because there is a simple principle in scripture. ਕਿਉਂਕਿ ਵਚਨ ਵਿੱਚ ਇੱਕ ਬੜਾ ਸਧਾਰਨ ਕੀ ਸਿਧਾਂਤ ਹੈ। Let's turn to Matthew 13:12. ਮਤੀ 13 ਦਾ 12। For whosoever hath, to him shall be given, and he shall have more abundance. For whosoever hath not, from him shall be taken away even that he hath. Matthew 13:12. क्योंकि जिसके पास है उसे दिया जाएगा और उसके पास बहुत हो जाएगा, पर जिसके पास कुछ नहीं है उससे जो कुछ उसके पास है वह भी ले लिया जाएगा। You see, the biggest thing is how we hear. ਸਭ ਤੋਂ ਵੱਡੀ ਗੱਲ ਹੈ ਵੀ ਅਸੀਂ ਕਿਸ ਤਰ੍ਹਾਂ ਸੁਣਦੇ ਹਾਂ। If we hear properly, more will be given to us, that we will have abundance. ਜੇ ਅਸੀਂ ਚੰਗੀ ਤਰ੍ਹਾਂ ਸੁਣਾਂਗੇ ਤੇ ਸਾਨੂੰ ਹੋਰ ਦਿੱਤਾ ਜਾਏਗਾ ਤੇ ਸਾਡੇ ਕੋਲ ਕਾਫੀ ਹੋ If ਜਾਏਗਾ। we are negligent, ਤੇ ਜੇ ਅਸੀਂ ਨਜ਼ਰਅੰਦਾਜ਼ ਕਰਦੇ ਹਾਂ whatever we have will be taken away. ਤੇ ਜੋ ਕੁਝ ਸਾਡੇ ਕੋਲ ਹੈਗਾ ਉਹ ਵੀ ਲੈ ਲਿਆ ਜਾਏਗਾ। That's why when preachers preach, we have to make notes. ਇਸ ਕਰਕੇ ਜਦੋਂ ਪ੍ਰਚਾਰਕ ਪ੍ਰਚਾਰ ਕਰਦੇ ਨੇ ਜ਼ਰੂਰੀ ਕਿ ਅਸੀਂ ਉਹਦੇ ਨੋਟਸ ਬਣਾਈਏ। Because people who have done this research says if you write notes, you retain 70%. ਕਿਉਂਕਿ ਰਿਸਰਚ ਕਰਨ ਵਾਲੇ ਕਹਿੰਦੇ ਨੇ ਜੇ ਤੁਸੀਂ ਨੋਟਸ ਬਣਾਉਂਦੇ ਹੋ ਤੁਹਾਨੂੰ 70% ਯਾਦ If you ਰਹਿੰਦਾ, don't make notes, you retain only 25%. ਤੇ ਜੇ ਨੋਟਸ ਨਹੀਂ ਬਣਾਉਂਦੇ ਤਾਂ 25% ਯਾਦ ਰਹਿੰਦਾ। So if you don't make notes, are you the person who is hearing properly? ਇਸ ਕਰਕੇ ਜੇ ਅਸੀਂ ਨੋਟਸ ਨਹੀਂ ਬਣਾ ਰਹੇ ਤੇ ਕਿਆ ਤੁਸੀਂ ਧਿਆਨ ਨਾਲ ਸੁਣ ਰਹੇ ਹੋ? It is not, I'm not saying you have to listen to my voice or my preaching. That's not the point here. ਮੈਂ ਇੱਥੇ ਇਹ ਨਹੀਂ ਕਹਿਣਾ ਚਾਹ ਰਿਹਾ ਕਿ ਤੁਸੀਂ ਕਿਆ ਮੇਰਾ ਪ੍ਰਚਾਰ ਸੁਣ ਰਹੇ ਹੋ ਧਿਆਨ ਨਾਲ। You must listen to the prompting of the Holy Spirit when you hear the word of God. ਜਦੋਂ ਤੁਸੀਂ ਪਰਮੇਸ਼ਵਰ ਦਾ ਵਚਨ ਸੁਣੋ ਉਦੋਂ ਜੇ ਪਵਿੱਤਰ ਆਤਮਾ ਤੁਹਾਨੂੰ ਅਗਾਹ ਕਰੇ ਤੇ ਤੁਸੀਂ ਉਹ ਚੀਜ਼ਾਂ ਨੂੰ ਨੋਟ ਕਰੋ। Maybe he is pointing out something in your life. ਹੋ ਸਕਦਾ ਤੁਹਾਡੇ ਜੀਵਨ ਵਿੱਚ ਕੁਝ ਗੱਲਾਂ ਦੱਸ ਰਹੇ ਨੇ। Maybe he is telling you to go and tell somebody something. ਹੋ ਸਕਦਾ ਤੁਹਾਨੂੰ ਕਹਿ ਕਿਸੇ ਹੋਰ ਦੇ ਬਾਰੇ ਕਹਿ ਰਹੇ ਨੇ ਦੱਸਣ ਵਾਸਤੇ। Listen to the voice of the Holy Spirit. ਇਸ ਕਰਕੇ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣੋ। That is what is important in listening to a message. ਇਹ ਜ਼ਰੂਰੀ ਚੀਜ਼ ਹੈਗੀ ਹੈ ਇੱਕ ਪ੍ਰਚਾਰ ਸੁਣਨ ਦੀ। That is what Lord Jesus is speaking about here. ਇੱਥੇ ਪ੍ਰਭੂ ਯੀਸ਼ੂ ਮਸੀਹ ਇਹ ਕਹਿ ਰਹੇ ਨੇ। It is not the words, it is the voice of the Spirit which is talking. He who has ears to hear, let him hear. ਇਹ ਪ੍ਰਚਾਰਕ ਦੇ ਸ਼ਬਦ ਨਹੀਂ ਨੇ ਪਰ ਪਵਿੱਤਰ ਆਤਮਾ ਤੁਹਾਨੂੰ ਕੀ ਅਗਾਹ ਕਰ ਰਿਹਾ ਉਹ ਲਿਖਣਾ ਚਾਹੀਦਾ ਹੈ। As he continues this sermon, ਜਿਵੇਂ ਅੱਗੇ ਪ੍ਰਚਾਰ ਕਰਦੇ ਨੇ he now brings the parable of the lost sheep. ਇੱਥੇ ਜਿਹੜੇ ਆਪਣਾ ਖੋਈ ਹੋਈ ਭੇਡ ਹੈਗੀ ਏ ਉਹਦਾ ਦ੍ਰਿਸ਼ਟਾਂਤ ਆਉਂਦਾ ਹੈ। It's a wonderful parable. ਇਹ ਬੜਾ ਇੱਕ ਅੱਛਾ ਆਪਣਾ ਦ੍ਰਿਸ਼ਟਾਂਤ ਹੈ। Mostly they use it to talk about the lost, where you go and bring the gospel. ਅਤੇ ਆਮ ਤੌਰ ਤੇ ਲੋਕੀ ਇਸਤੇਮਾਲ ਕਰਦੇ ਨੇ ਕਿ ਜਿਹੜੇ ਲੋਕ ਪਿੱਛੇ ਹਟ ਜਾਂਦੇ ਨੇ ਸੁਸਮਾਚਾਰ ਤੋਂ ਉਹਨਾਂ ਦੇ ਬਾਰੇ ਕਰਦੇ ਨੇ। The people who have been saved. ਜਾਂ ਜਿਹੜੇ ਬਚਾਏ ਨਹੀਂ ਗਏ। Usually they use this parable for that. ਇਹ ਦ੍ਰਿਸ਼ਟਾਂਤ ਉਹਨਾਂ ਵਾਸਤੇ ਵਰਤਿਆ ਜਾਂਦਾ ਹੈ। But that is a misapplication as far as this parable is concerned, because this is in the discipleship subject where Lord Jesus is talking about. ਪਰ ਇਹ ਜਿਹੜਾ ਦ੍ਰਿਸ਼ਟਾਂਤ ਹੈਗਾ ਇਹ ਚੇਲੇ ਬਣਨ ਦੇ ਸਿਧਾਂਤ ਦੇ ਨਾਲ ਮੇਲ ਖਾਂਦਾ ਹੈ। You know, let us see what the Lord is saying here. ਦੇਖੀਏ ਪ੍ਰਭੂ ਕੀ ਕਹਿੰਦੇ ਨੇ। Luke 15:4-7.
15:4-7। What man of you, having 100 sheep, if he loses one of them, and doth not leave the 99 in the wilderness, and go after that which is lost until he find it? And when he hath found it, he layeth on his shoulders, rejoicing. And when he cometh home, he calleth together his friends and neighbors, saying, Rejoice with me, I have found my sheep which was lost. तुम में And से I say unto you that likewise joy shall be in heaven over one sinner that repents, more than over 99 just persons who need no repentance. तुम में से कौन है जिसके 100 भेड़े हों और उनमें से एक खो जाए तो 99 को जंगल में छोड़कर उस खोई हुई को जो जब तक मिल ना जाए खोजता ना रहे, और जब वह मिल जाती है तब वह बड़े आनंद से उसे कंधे पर उठा लेता है। वो घर में आके मित्रों और पड़ोसियों को इकट्ठा करके कहता है, मेरे साथ आनंद करो क्योंकि मेरी खोई हुई भेड़ मिल गई है। मैं तुमसे कहता हूँ, इसी रीति से एक मन फिराने वाले पापी के विषय में स्वर्ग में इतना ही आनंद होगा जितना कि 99 ऐसे धर्मियों के विषय में नहीं होता जिन्हें मन फिराने की आवश्यकता नहीं। Number 4, cost of restoration. दोबारा बनान दी अपना कीमत। Cost of restoration. दोबारा बनान दी कीमत। Number 1 was cost of relationship. पहला रिश्ता सी। Second, cost of carrying the cross. दूजा सलीब चक्कन दा। Third, cost of sacrifice. तीसरा बलिदान दा। Number 4, cost of restoration. चौथा है वापस उन्हों मेल करान दा। As a disciple, if you see one disciple who has gone backslidden, who has lost the taste of God's word, who has now gone into the world, our task is to restore that brother or sister. जे एक बंदा चेला सीगा ते वो किसी कारण ते चेले बनन तो पिछे हट गया है ते साडा फर्ज बनदा हैगा कि असे उस भरा नूं दोबारा चेले बनन दे वास्ते प्रोत्साहित करिए ते लेके आइए। You see, the parable starts, if a man which has 100 sheep, it talks about ownership. क्योंकि दृष्टांत शुरू इस गल तो करता है कि एक बंदा जिन्ने पहले 100 भेड़ा सीगियां, Ownership. उनदे को अपना उन्हां दा मालक सीगा, He is the owner of those 100 sheep. वो 100 भेड़ा दा मालक है। If you read 10th chapter of John, it says that we are the sheep of his pasture. जे यूहन्ना 10 पढ़िए तो परमेश्वर दा वचन दसदा हैगा कि ਅਸੀਂ ਉਹਨਾਂ ਦੇ ਭੇੜਾਂ ਦੇ ਸਮੂਹ ਦੀ ਭੇੜ ਹੈਗੇ। He is our good shepherd. ਉਹ ਸਾਡੇ ਅੱਛੇ ਚਰਵਾਹ ਹੈਗੇ ਨੇ। If one is lost, he will go in search of that person. ਜੇ ਇੱਕ ਬੰਦਾ ਵੀ ਆਪਣਾ ਖੋ ਜਾਂਦਾ ਹੈਗਾ ਤੇ ਉਹਨੂੰ ਲੱਭਣ ਜਾਂਦਾ ਚਰਵਾਹਾ। Talking about the sheep getting lost. ਅਤੇ ਉਸ ਆਪਣਾ ਭੇਡ ਦੀ ਗੱਲ ਕਰਦਾ ਹੈ ਜਿਹੜੀ He's not talking about the unbeliever whom we are going to give the gospel. He's talking about a believer who has backslidden. ਅਤੇ ਜਿਹੜੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਦੀ ਗੱਲ ਨਹੀਂ ਹੈਗੀ, ਪਰ ਇੱਕ ਵਿਸ਼ਵਾਸੀ ਜਿਹੜਾ ਕਿ ਪਿੱਛੇ ਹਟ ਜਾਂਦਾ ਹੈ। Discipleship involves that you try to restore, you go with the power of the Lord Jesus to restore such a person. ਤੇ ਚੇਲੇ ਬਣਨ ਦਾ ਮਤਲਬ ਹੈ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਤਾਕਤ ਵਿੱਚ ਉਸ ਬ੍ਰਦਰ ਨੂੰ ਆਪਣੇ ਭੇਡ ਦੇ ਆਪਣਾ ਕਾਠੀ ਵਾਪਸ ਲੈ ਕੇ Heaven will rejoice over this repentance of this backslider. ਤੇ ਸਵਰਗ ਵਿੱਚ ਇਸ ਬੰਦੇ ਦੇ ਦੁਬਾਰਾ ਚੇਲਾ ਬਣਨ ਤੇ ਖੁਸ਼ੀਆਂ ਮਨਾਈ If you ਜਾਂਦੀਆਂ। read the Old Testament, the prophets, ਜੇ ਆਪਾਂ ਪੁਰਾਣਾ ਨਿਯਮ ਦੇਖੀਏ ਨਬੀਆਂ ਦੇ ਬਾਰੇ, God's heart was the restoration of Israel. He says, come back, let us reason together, let us see if your sin is red as scarlet, I'll make it white as wool. ਉੱਥੇ ਵੀ ਆਪਣਾ ਪ੍ਰਭੂ ਜੀ ਦੇ ਬਾਰ-ਬਾਰ ਪਰਮੇਸ਼ਵਰ ਕਹਿੰਦੇ ਨੇ ਕਿ ਵਾਪਸ ਆ ਜਾਓ, ਮੈਂ ਤੁਹਾਡੇ ਜਿਹੜੇ ਲਾਲ ਸੂਏ ਜਿਹੜੇ ਗੁਨਾਹ ਹੈਗੇ ਨੇ ਉਹਨਾਂ ਨੂੰ ਆਪਣਾ ਹਿਮ ਵਰਗਾ ਸ਼ਵੇਤ ਬਣਾ ਦਾਂਗਾ। That is what he says, Isaiah 1:18. ਇਜ਼ਾਇਆ 18 ਕਈਓ ਗੱਲ ਕਹਿੰਦਾ। Come now, let us reason together, saith the Lord. Though your sins be as scarlet, they shall be white as snow. Though they be red like crimson, they shall be as wool. Isaiah 1:18. Excuse me.
यहोवा कहता है, आओ हम आपस में वाद विवाद करें। तुम्हारे पाप चाहे लाल रंग के हों तो भी वह हिम के समान उजले हो जाएंगे, वह चाहे अगरवाणी रंग के हों तो भी वे ऊन के समान श्वेत हो जाएंगे। This is the Lord's heart. He doesn't want to lose any sinner. ਇਹ परमेश्वर ਦਾ ਦਿਲ ਹੈਗਾ, ਉਹ ਨਹੀਂ ਚਾਹੁੰਦੇ ਵੀ ਕੋਈ ਪਾਪੀ ਵੀ ਛੱਡਿਆ ਜਾਵੇ। Any believer not to be lost. ਉਹ नहीं चाहते कोई विश्वासी अलग हो जाए। To make it even more clear, he gives another parable. ਉਹ ਇੱਕ ਹੋਰ ਦ੍ਰਿਸ਼ਟਾਂਤ ਵੀ ਕਰਦੇ ਨੇ ਖੁਲਾਸੇ Luke ਵਾਸਤੇ। 15:8-10. ਲੂਕ ਦਾ 15:8-10। Either what woman having 10 pieces of silver, if she lose one piece, doth not light a candle and sweep the house and seek diligently till she find it. When she hath found it, she calleth her friends and her neighbors together, saying, Rejoice with me, for I have found the piece that which I have lost. Likewise I say unto you, there is joy in the presence of angels of God over one sinner that repenteth. या कोई ऐसी स्त्री होगी जिसके पास 10 सिक्के हों और उसमें से एक खो जाए, तो वह दिया जला के और घर झाड़ बुहार कर जब तक मिल ना जाए जी लगाकर खोजती न रहे, और जब मिल जाता है तो वह अपनी सखियों और पड़ोसियों को इकट्ठा करके कहती है, मेरे साथ आनंद करो क्योंकि मेरा खोया हुआ सिक्का मिल गया है। मैं तुमसे कहता हूँ कि इसी रीति से एक मन फिराने वाले पापी के विषय में परमेश्वर के स्वर्गदूतों के सामने आनंद होता है। This woman had 10 pieces of silver. ਇਹ औरत को 10 चांदी ਦੇ ਸਿੱਕੇ ਸੀਗੇ। Again denotes ownership. ਦੁਬਾਰਾ ਦੱਸਦਾ ਵੀ ਉਹ ਮਾਲਕ ਸੀ ਉਹਨਾਂ ਦੀ। She loses one in the house. ਉਹਨੂੰ ਉਹ ਘਰ 'ਚ ਗਵਾਚ ਗਿਆ। She will light a candle. ਉਹ ਮੋਮਬੱਤੀ ਜਲਾਏਗੀ। She'll sweep the house. ਸਾਰਾ ਘਰ ਸਾਫ਼ ਕਰੇਗੀ। Diligently she will seek it. ਧਿਆਨ ਨਾਲ ਲੱਭੇਗੀ ਆਪਣਾ ਸਿੱਕੇ ਨੂੰ। That is the pattern for us, my dear brothers and sisters. ਮੇਰੇ ਭੈਣ ਭਰਾ ਸਾਡੇ ਵਾਸਤੇ ਇਸ ਤਰ੍ਹਾਂ ਕਰਨਾ When ਜ਼ਰੂਰੀ people ਹੈ। are lost, when believers backslide, ਜਦੋਂ ਵਿਸ਼ਵਾਸੀ ਲੋਕ ਜਿਹੜੇ ਹੁੰਦੇ ਨੇ ਪਿੱਛੇ ਹਟ ਜਾਂਦੇ when ਨੇ, you come to know about it, ਤੇ ਤੁਹਾਨੂੰ ਜਦੋਂ ਪਤਾ ਲੱਗਦਾ ਹੈ you have to do everything to try to restore that believer. ਤੇ ਬਹੁਤ ਜ਼ਰੂਰੀ ਹੈ ਤੁਹਾਡੇ ਜੋ ਤੁਹਾਡੇ ਵੀ ਆਪਣਾ ਵਾਸੀ ਜਾਏਗਾ ਉਹ ਕਰੋ ਤਾਂ ਕਿ ਉਹਨਾਂ ਨੂੰ ਵਾਪਸ ਲੈ ਕੇ ਆਓ। When that person comes back, ਜਦੋਂ ਬੰਦਾ ਵਾਪਸ ਆਉਂਦਾ ਹੈ then the Bible tells you to party. ਤੇ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਤੁਸੀਂ ਆਪਣਾ ਆਨੰਦ ਮਨਾਓ। Call your neighbors and friends ਆਪਣੇ ਪੜੋਸੀਆਂ ਤੇ ਦੋਸਤਾਂ ਨੂੰ ਬੁਲਾਓ and rejoice in the Lord. ਤੇ ਪਰਮੇਸ਼ਵਰ ਵਿੱਚ ਆਨੰਦ ਮਨਾਓ। The cost of restoration. ਵਾਪਸ ਲੈ ਕੇ ਆਉਣ ਦੀ ਕੀਮਤ। You have to give up your own comforts to restore a brother. The cost of restoration. ਤੁਹਾਨੂੰ ਆਪਣੇ ਜੇ ਆਰਾਮ ਨੂੰ ਛੋੜ ਕੇ ਉਸ ਆਪਣਾ ਜੇ ਚੇਲੇ ਨੂੰ ਵਾਪਸ ਲੈ ਕੇ ਆਣਾ ਹੈ। You see, when you look at it in context, things become more clear with God. ਜੇ ਤੁਸੀਂ ਉਹਦੇ ਵਿਸ਼ੇ ਹੀ ਦੇਖੋਗੇ ਤੇ ਚੀਜ਼ਾਂ ਜ਼ਿਆਦਾ ਸਪਸ਼ਟ ਹੁੰਦੀਆਂ ਨੇ। And to make it absolutely clear, he brings the story of prodigal son. ਤੇ ਉਹਨੂੰ ਬਿਲਕੁਲ ਸਹੀ ਤਰੀਕੇ ਨਾਲ ਸਮਝਾਉਣ ਵਾਸਤੇ ਉਹ ਉਡਾਊ ਪੁੱਤਰ ਦਾ ਦ੍ਰਿਸ਼ਟਾਂਤ ਲੈ ਕੇ ਆਉਂਦੇ As ਨੇ। I tell you, Lord Jesus' teaching is 3D. Like he brings that subject clarity in all directions. ਜਿਵੇਂ ਮੈਂ ਦੱਸਿਆ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਸੰਦੇਸ਼ ਹੁੰਦਾ 3D ਹੁੰਦਾ ਉਹ ਹਰ ਦ੍ਰਿਸ਼ਟੀਕੋਣ ਵੱਲੋਂ ਆਪਾਂ ਨੂੰ ਸਮਝਾਉਂਦੇ ਨੇ। So to make the point very clear, he says there was a father with 2 sons. ਉਹਨਾਂ ਨੇ ਕਿ ਇੱਕ ਪਿਤਾ ਸੀ ਜਿਸਨੇ 2 ਬੱਚੇ ਸੀ। It's a long parable, but let us read it so we are in the same page. And the younger one said to the father, Father, give me the portion. It starts from Luke 14:11 onwards. And I'm reading the 12th verse. Father, give me the portion of goods that falleth to me. And he divided unto them his living. And not many days after, the young son gathered all together and took his journey into a far country, and there wasted his substance in riotous living. And when he had spent all, there arose a mighty famine in the land, and he began to be in want. And he went and joined himself to the citizen of that country, and he sent him into his fields to feed swine. He would have fain have filled his belly with the husks that the swine did eat, and no man gave unto him. And when he came to himself, he said, How many hired servants of my father's have bread enough and to spare, and I perish with hunger? I will arise and go to my father, and will say unto him, Father, I have sinned against heaven and before thee, and am no more worthy to be called thy son.
make me as one of the hired servants. And he arose and came unto his father, and when he was yet a great way off, his father saw him and had compassion, and ran and fell on his neck and kissed him. And the son said, Father, I have sinned against heaven and in thy sight, and am no more worthy to be called thy son. But the father said to the servants, Bring the best robe, put it on him, put a ring on his hand and shoes on his feet, and bring hither the fatted calf and kill it. Let us eat and be merry. For my son was dead, he is alive again. He was lost and is found. And they began to be merry. The story did not end there, 25th verse. Now his eldest son was in the field, and as he came, drew nigh to the house, and he heard music and dancing. And he called one of the servants and asked what these things meant. And he said, Thy brother is come, and thy father hath killed the fatted calf, because he hath received him safe and sound. And he was angry and would not go in. Therefore his father came out and entreated him. And he answering said to his father, Lo, this many years do I serve thee, neither have transgressed I any time thy commandment. Yet thou now give me a kid, that I might make merry with my friends. And soon as thy son has come, but as soon as this thy son was come, which hath devoured thy living with harlots, thou hast killed for him the fatted calf. And he said unto him, Son, thou art ever with me, and all that I have is thine. It was meet that we should be merry and be glad, for this brother was dead and is alive again, was lost and is found. Please read, Brother Ji. फिर उसने उससे कहा, किसी मनुष्य के 2 पुत्र थे, उनमें से छोटे ने पिता से कहा, हे पिता, संपत्ति में से जो भाग मेरा है वह मुझे दे दीजिए। उसने उनको अपनी संपत्ति बांट दी। बहुत दिन ना बीते थे कि छोटा पुत्र सब कुछ इकट्ठा करके दूर देश चला गया और वहाँ कुकर्म में अपनी सारी संपत्ति उड़ा दी। जब वह सब कुछ खर्च कर चुका तो उस देश में बड़ा अकाल पड़ा और वह कंगाल हो गया। इसलिए वह उस देश के निवासियों में से एक के यहाँ जा पड़ा। उसने उसे अपने खेतों में सूअर चराने के लिए भेजा, और वह चाहता था कि उन फलियों से जिसे सूअर खाते थे अपना पेट भरे, और उससे कोई कुछ नहीं देता था। जब वह अपने आपे में आया तब कहने लगा, मेरे पिता के कितने ही मजदूरों को भोजन में अच्छी रोटी मिलती है और मैं यहाँ भूखा मर रहा हूँ। मैं अब उठकर अपने पिता के पास जाऊँगा और उससे कहूँगा कि पिताजी, मैंने स्वर्ग के विरुद्ध में और तेरी दृष्टि में पाप किया है। अब मैं इस योग्य नहीं रहा कि तेरा पुत्र कहलाऊं। मुझे अपने एक मजदूर के समान रख ले। तब वह उठकर अपने पिता के पास चला। अभी दूर ही था कि उसके पिता ने उसे देखकर तरस खाया और दौड़कर उसे गले लगाया और बहुत चूमा। पुत्र ने उससे कहा, पिताजी, मैंने स्वर्ग के विरुद्ध में और तेरी दृष्टि में पाप किया है, और अब मैं इस योग्य नहीं रहा कि तेरा पुत्र कहलाऊं। परंतु पिता ने अपने दासों से कहा, झट अच्छे से अच्छा वस्त्र निकाल कर इसे पहनाओ और इसके हाथ में अंगूठी, वो पाँवों में जूतियाँ पहनाओ, और एक पला हुआ बछड़ा लाकर मारो ताकि हम खाएं और आनंद मनाएं। क्योंकि मेरा ये पुत्र मर गया था, फिर जी गया है, खो गया था, अब मिल गया है। और वह बड़ा आनंद करने लगे। परंतु उसका जेठा पुत्र खेत में था। जब वह आते हुए घर के निकट पहुंचा तो उसने गाने बजाने और नाचने का शब्द सुना। अतः उसने एक दास को बुलाकर पूछा, यह क्या हो रहा है? उसने उससे कहा, तेरा भाई आया है और तेरे पिता ने पला हुआ बछड़ा कटवाया है, इसलिए कि उसे भला चंगा पाया है। यह सुनकर वह क्रोध से भर गया और भीतर जाना ना चाहा। परंतु उसके पिता बाहर आकर उसे मनाने लगे। उसने पिता को उत्तर दिया, देख, मैं इतने वर्ष से तेरी सेवा कर रहा हूँ और कभी भी तेरी आज्ञा ना टाली, तो भी तूने मुझे कभी एक बकरी का बच्चा भी ना दिया कि मैं अपने मित्रों के साथ आनंद करता। परंतु जब तेरा ये पुत्र, जिसने तेरी संपत्ति वैश्याओं में उड़ा दी है, आया
तो उसके लिए तूने पला हुआ बछड़ा कटवाया। उसने उससे कहा, पुत्र तू सर्वदा मेरे साथ है, जो कुछ मेरा है वह तेरा ही है, परंतु अब आनंद करना और मगन होना चाहिए, क्योंकि यह तेरा भाई मर गया था फिर जी गया है, खो गया था अब मिल गया है। Again, we should not forget that this parable is part of the discipleship sermon Lord Jesus is giving. ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਜਿਹੜਾ ਦ੍ਰਿਸ਼ਟਾਂਤ ਹੈਗਾ ਇਹ ਵੀ ਚੇਲੇ ਬਣਨ ਦੇ ਨਾਲ ਸੰਬੰਧਿਤ ਹੈ। The cost of discipleship. ਕੀਮਤ। Here we have the story of the so-called, then people have named it the prodigal son. ਇੱਥੇ ਜਿਹੜਾ ਉਜਾੜੂ ਪੁੱਤਰ ਦੀ ਆਪਣਾ ਦ੍ਰਿਸ਼ਟਾਂਤ ਹੈਗਾ। It is not in the Bible, that title, but people call that parable as the parable of the prodigal son. ਇਹ ਵਚਨ ਨਹੀਂ ਹੈਗਾ, ਪਰ ਲੋਕ ਇਹਨੂੰ Prodigal. ਪ੍ਰੋਡੀਗਲ ਸਨ ਕਹਿੰਦੇ ਨੇ। Let us see we heard what the Lord actually said. ਆਪਾਂ ਸੁਣਿਆ ਕਿ ਪ੍ਰਭੂ ਨੇ ਕੀ ਕਿਹਾ। Father and two sons. ਬਾਪ ਤੇ ਦੋ ਬੇਟੇ। It depicts the Lord God Almighty and two types of believers. ਸ਼ੁੱਧ ਦਿਖਾਉਂਦਾ ਹੈ ਕਿ ਖੁਦ ਪਰਮੇਸ਼ਵਰ ਤੇ ਦੋ ਤਰ੍ਹਾਂ ਦੇ ਵਿਸ਼ਵਾਸੀ। One of the son takes the giftings and all the blessings of God and squanders it. ਇੱਕ ਜਿਹੜਾ ਹੈਗਾ ਪਰਮੇਸ਼ਵਰ ਦੀ ਸਾਰੇ ਆਸ਼ੀਸ਼ਾਂ ਲੈ ਲੈਂਦਾ ਹੈ ਤੇ ਉਹਨਾਂ ਨੂੰ ਤਬਾਹ ਕਰ ਦਿੰਦਾ ਹੈ। One is the obedient son. ਇੱਕ ਆਗਿਆਕਾਰੀ ਹੈਗਾ। Never breaks the commandment. ਕੋਈ ਵੀ ਹੁਕਮ ਨਹੀਂ ਟਾਲਦਾ। Very disciplined. ਅਨੁਸ਼ਾਸਨ ਚ ਹੁੰਦਾ ਹੈ। And he thinks that his father's favorite. ਤੇ ਉਹ ਸਮਝਦਾ ਹੈ ਕਿ ਆਪਣੇ ਬਾਪ ਦਾ ਉਹ ਖਾਸ ਹੈਗਾ। His other son destroys everything, finally realizes that his father's house is better, and then, it's so bad that they put him to look after the swine. ਤੇ ਜਿਹੜਾ ਦੂਸਰਾ ਬੇਟਾ ਹੈਗਾ ਸਭ ਅਯਾਸ਼ੀ ਉਡਾ ਦਿੰਦਾ ਹੈ ਤੇ ਅਖੀਰ ਤੇ ਸੂਰਾਂ ਨੂੰ ਚਰਾਉਣਾ ਪੈਂਦਾ ਹੈ। Imagine a Jew looking after swine. It is a very hard thing. ਇਹ ਬੜਾ ਔਖਾ ਕੰਮ ਹੈ ਕਿ ਯਹੂਦੀ ਜਿਹੜਾ ਹੈਗਾ ਸੂਰਾਂ ਦੀ ਦੇਖਭਾਲ ਕਰੇ। But he was so hungry, he thought, I'll eat the food which the pigs eat. ਪਰ ਉਹ ਕਹਿੰਦਾ ਜਿਹੜੇ ਸੂਰ ਖਾਂਦੇ ਨੇ ਮੈਂ ਵੀ ਉਹੀ ਖਾਵਾਂਗਾ। Even that they did not give him. ਉਹਨਾਂ ਨੇ ਉਹਨੂੰ ਉਹ ਵੀ ਨਹੀਂ ਦਿੱਤਾ। Then he realizes how wonderful it is in my father's house. ਫਿਰ ਉਹਨੂੰ ਯਾਦ ਆਉਂਦਾ ਹੈ ਕਿ ਮੇਰੇ ਬਾਪ ਦੇ ਘਰ ਕਿੰਨਾ ਅੱਛਾ ਹੈ। So I'll go and ask my father sorry. ਤੇ ਮੈਂ ਆਪਣੇ ਪਿਤਾ ਕੋਲੋਂ ਮਾਫੀ ਮੰਗਾਂਗਾ। Comes back repenting. ਆਗੇ ਪਛਤਾਵਾ ਕਰਦਾ। Father receives him with joy. ਤੇ ਬਾਪ ਬੜੀ ਖੁਸ਼ੀ ਨਾਲ ਉਹਨੂੰ ਗਲੇ ਲਗਾਉਂਦਾ ਹੈ। You see, this is Lord's heart. The whole Old Testament talks about this heart of God. ਇਹ ਜਿਹੜਾ ਹੈਗਾ ਪਰਮੇਸ਼ਵਰ ਦੇ ਦਿਲ ਦੱਸਦਾ ਹੈਗਾ। ਪੁਰਾਣਾ ਨਿਯਮ ਸਾਰਾ ਪਰਮੇਸ਼ਵਰ ਦਿਲ ਦੀ ਗੱਲ ਕਰਦਾ ਹੈ। The anger, the frustration, all which is expressed in Isaiah, Jeremiah, Ezekiel, and all the other prophets is God's love, which is just pining for Israel to come back. ਜਿੰਨੇ ਵੀ ਪਰਮੇਸ਼ਵਰ ਨੇ ਆਪਣਾ ਗੱਲਾਂ ਕੀਆਂ ਨੇ ਇਜ਼ਾਇਆ, ਜਰਮਾਇਆ, ਇਜ਼ੀਕੀਅਲ ਵਿੱਚ, ਅਖੀਰ ਤੇ ਪਰਮੇਸ਼ਵਰ ਇਹ ਕਹਿੰਦਾ ਕਿ ਉਹ ਸਾਡੇ ਨਾਲ ਪ੍ਰੇਮ ਕਰਦੇ ਨੇ, ਅਸੀਂ ਚਾਹੁੰਦੇ ਨੇ ਕਿ ਅਸੀਂ ਵਾਪਸ ਆ ਜਾਈਏ। Little repentance, Lord is very happy. ਆਪਾਂ ਥੋੜਾ ਪਛਤਾਵਾ ਕਰਨੇ ਆ, ਰੱਬ ਖੁਸ਼ ਹੁੰਦਾ ਹੈ। And this boy comes back with repentance and God is very happy. ਤੇ ਇਹ ਬੇਟਾ ਜਿਹੜਾ ਹੈਗਾ ਇਹ ਪਛਤਾਵਾ ਕਰਕੇ ਵਾਪਸ ਆਉਂਦਾ ਤੇ ਪਰਮੇਸ਼ਵਰ ਖੁਸ਼ ਹੁੰਦਾ ਹੈ। Celebration in heaven. ਸਵਰਗ ਵਿੱਚ ਖੁਸ਼ੀ ਮਨਾਈ ਜਾਂਦੀ ਹੈ। So then the other son is looking at this. ਤੇ ਜਦੋਂ ਦੂਸਰਾ ਬੇਟਾ ਦੇਖਦਾ ਹੈ, He has been a faithful son. ਉਹ ਆਪਣੇ ਬਾਪ ਦਾ ਆਗਿਆਕਾਰੀ ਰਿਹਾ। He was doing what God expected him to do. ਉਹ ਸਭ ਕੁਝ ਕਰਦਾ ਰਿਹਾ ਜੋ ਰੱਬ ਨੇ ਉਹਨੂੰ ਕਰਨ ਨੂੰ ਕਿਹਾ। But he is getting angry about this younger brother. ਪਰ ਉਹਨੂੰ ਗੁੱਸਾ ਆਉਂਦਾ ਹੈ ਛੋਟੇ ਭਰਾ ਤੇ। What is the anger about? ਗੁੱਸਾ ਕੀ ਹੈ? That fellow has wasted everything you have given. ਕਿਉਂਕਿ ਛੋਟੇ ਨੇ ਸਭ ਕੁਝ ਬਰਬਾਦ ਕਰਤਾ। He didn't preach the gospel properly. This is what he has done. He has used everything you have given for wastage. ਉਹ ਕਹਿੰਦੇ ਇਹਨੇ ਚੰਗੀ ਤਰ੍ਹਾਂ ਸੁਸਮਾਚਾਰ ਦਾ ਪ੍ਰਚਾਰ ਨਹੀਂ ਕੀਤਾ, ਜੋ ਵੀ ਆਸ਼ੀਸ਼ਾਂ ਮਿਲੀਆਂ ਉਹਨਾਂ ਨੂੰ ਖਰਾਬ ਕੀਤਾ। He is angry. ਗੁੱਸੇ ਜਗਾ। He expected God to not take him back, to just reject him, to throw him out. That was the expectation. ਉਹ ਵੱਡਾ ਉਮੀਦ ਕਰਦਾ ਹੈ ਕਿ ਜਿਹੜਾ ਪਰਮੇਸ਼ਵਰ ਹੈਗਾ ਉਹ ਛੋਟੇ ਨੂੰ ਬਿਲਕੁਲ ਵਾਪਸ ਨਾ ਆਪ ਕਰ ਲਵੇ ਤੇ ਉਹਨੂੰ ਬਿਲਕੁਲ ਨਿਕਾਲ He ਦੇਵੇ। didn't expect God to take him with joy and celebration. ਉਹਨੂੰ ਉਮੀਦ ਨਹੀਂ ਸੀ ਕਿ ਜਿਹੜਾ ਪਰਮੇਸ਼ਵਰ ਹੈਗਾ ਉਹ ਖੁਸ਼ੀਆਂ ਨਾਲ ਉਹਨੂੰ ਗਲੇ He ਲਗਾਏਗਾ। tells God, I have not even done anything, and I never seen you so happy about me. ਉਹ ਕਹਿੰਦਾ ਪਰਮੇਸ਼ਵਰ ਮੈਂ ਕਦੀ ਤੁਹਾਨੂੰ ਆਪਣੇ ਬਾਰੇ ਇੰਨਾ ਖੁਸ਼ ਨਹੀਂ ਦੇਖਿਆ।
See, in his obedience, in everything, he took God for granted. ਉਹ ਆਗਿਆਕਾਰੀ ਤਾਂ ਸੀਗਾ ਵੱਡੇ ਵਾਲਾ, ਪਰ ਉਹਨੇ ਪਰਮੇਸ਼ਵਰ ਨੂੰ ਅੱਛੀ ਤਰ੍ਹਾਂ ਨਹੀਂ ਸਮਝਿਆ। If a backslider makes him so happy, how much an obedient son would have made him happy? He didn't think that. ਉਹਨੇ ਇਹ ਨਹੀਂ ਸੋਚਿਆ ਕਿ ਜਿਹੜਾ ਬੰਦਾ ਪਿੱਛੇ ਹਟ ਗਿਆ ਸੀ ਉਹਦੇ ਕਰਕੇ ਪਰਮੇਸ਼ਵਰ ਨਾਲ ਖੁਸ਼ ਹੁੰਦਾ ਹੈ, ਤੇ ਮੇਰੇ ਕਰਕੇ ਕਿੰਨਾ ਖੁਸ਼ ਹੋਏਗਾ। You never did a party for me. ਉਹ ਕਹਿੰਦਾ ਮੇਰੇ ਉੱਤੇ ਤੁਸੀਂ ਕੋਈ ਨਹੀਂ You ਆਪਣਾ never party told ਕੀਤੀ। me, yeah, this is the lamb, take it, enjoy with your friends. You never told me these things. ਉਹ ਕਹਿੰਦਾ ਤੁਸੀਂ ਮੈਨੂੰ ਕਦੀ ਛੋਟਾ ਬੱਕਰੀ ਦਾ ਬੱਚਾ ਵੀ ਨਹੀਂ ਦਿੱਤਾ। I have lived a godly life. ਮੈਂ ਬਿਲਕੁਲ ਆਪਣਾ ਅੱਛਾ ਜੀਵਨ ਜੀਆ ਤੁਹਾਡੇ ਨਾਲ। Never broke one commandment of yours. Never transgressed one commandment. ਮੈਂ ਨਾ ਤਾਂ ਤੁਹਾਡਾ ਕੋਈ ਆਪਣਾ ਹੁਕਮ ਤੋੜਿਆ ਤੇ ਨਾ ਉਲੰਘਣਾ ਕੀਤੀ। What does the Lord say? ਪ੍ਰਭੂ ਕੀ ਕਹਿੰਦੇ ਨੇ? Everything I have is yours. ਉਹ ਕਹਿੰਦੇ ਜੋ ਕੁਝ ਹੈਗਾ ਮੇਰਾ ਤੇਰਾ You ਹੈਗਾ। don't have to ask me for a lamb. You could take that and celebrate. But now your son has come, your brother has come back. Is it not the time to celebrate? ਉਹ ਕਹਿੰਦੇ ਨੇ ਤੈਨੂੰ ਮੇਰੇ ਤੋਂ ਪੁੱਛਣ ਦੀ ਲੋੜ ਨਹੀਂ ਸੀ, ਜੇ ਤੈਨੂੰ ਜ਼ਰੂਰਤ ਸੀ ਤੂੰ ਲੈ ਲੈਂਦਾ। ਹੁਣ ਤੇਰਾ ਭਰਾ ਆਇਆ ਹੈਗਾ ਤੇ ਅਸੀਂ ਆਨੰਦ ਕਰਨੇ ਆ। Even now you can call your friends and celebrate. There is no time. This is not the time to be angry. ਉਹ ਕਹਿੰਦਾ ਤੂੰ ਇਸ ਤੇ ਵੀ ਆਪਣੇ ਦੋਸਤਾਂ ਨੂੰ ਬੁਲਾ ਸਕਦਾ ਹੈ, ਇਹ ਸਮੇਂ ਗੁੱਸਾ ਕਰਨ ਦਾ ਨਹੀਂ ਹੈ। We see many believers fall back, fall down in sin. Pastors fall in sin and all that. If you know that pastor, or if you are having means access, your part should be to restore that person. ਆਪਾਂ ਦੇਖਦੇ ਹਾਂ ਬਹੁਤ ਸਾਰੇ ਵਿਸ਼ਵਾਸੀ ਜਾਂ ਕਈ ਪਾਦਰੀ ਲੋਕ ਜਿਹੜੇ ਹੁੰਦੇ ਨੇ ਉਹ ਵੀ ਰਸਤੇ ਤੋਂ ਭਟਕ ਜਾਂਦੇ ਨੇ, ਪਰ ਸਾਡਾ ਫਰਜ਼ ਬੰਦਾ ਜੇ ਅਸੀਂ ਕਿਸੇ ਐਸੇ ਨੂੰ ਜਾਣਨੇ ਹੈਗੇ ਆ ਤੇ ਉਹਨਾਂ ਨੂੰ ਵਾਪਸ ਪਰਮੇਸ਼ਰ ਦੇ ਕੋਲ ਲੈ ਕੇ The ਆਈਏ। husband falls, the wife has to restore. ਜੇ ਪਤੀ ਗਿਰਦਾ ਤੇ ਪਤਨੀ ਦਾ ਫਰਜ਼ ਬਣਦਾ When ਹੈ। wife falls, husband has to restore. ਜੇ ਪਤਨੀ ਗਿਰਦੀ ਹੈ ਪਤੀ ਦਾ ਫਰਜ਼ ਬਣਦਾ ਹੈ। When pastor falls down, people have to restore. ਜੇ ਪਾਦਰੀ ਗਿਰਦਾ ਤੇ ਕਲੀਸਿਆ ਦਾ ਫਰਜ਼ When ਬਣਦਾ ਹੈ। people fall, pastor has to restore. ਜੇ ਲੋਕ ਗਿਰਨ ਤੇ ਪਾਦਰੀ ਦਾ ਫਰਜ਼ ਬਣਦਾ We ਹੈ। have no right to be angry. That is the ਸਾਨੂੰ- cost of restoration. ਸਾਨੂੰ ਗੁੱਸਾ ਕਰਨ ਦੀ ਲੋੜ ਨਹੀਂ ਹੈ, ਜ਼ਰੂਰੀ ਉਹਨਾਂ ਨੂੰ ਵਾਪਸ ਲੈ ਕੇ ਆਈਏ। Nay, we have no right to be angry. ਸਾਨੂੰ ਕੋਈ ਹੱਕ ਨਹੀਂ ਗੁੱਸਾ ਕਰੀਏ, We have to restore. ਜ਼ਰੂਰੀ ਹੈ ਕਿ ਉਹਨਾਂ ਨੂੰ This is ਵਾਪਸ the ਲੈ ਕੇ heart ਆਈਏ। of God. ਇਹ ਪਰਮੇਸ਼ਵਰ ਦਾ ਦਿਲ ਹੈਗਾ। This joy of seeing a boy, a believer come back from backsliding, that is God's joy. ਜਦੋਂ ਪਰਮੇਸ਼ਵਰ ਦੇਖਦਾ ਉਹਦਾ ਬੱਚਾ ਜਿਹੜਾ ਖੋ ਗਿਆ ਸੀ ਵਾਪਸ ਆ ਗਿਆ ਹੈ, ਤੇ ਪਰਮੇਸ਼ਵਰ ਆਨੰਦ ਕਰਦੇ ਨੇ। The cost of restoration. ਕੀਮਤ ਆਪਾਂ ਚੁਕਾਣੀ ਜਿਹੜੀ ਆਪਣਾ ਵਾਪਸ ਲੈ ਆਉਂਦੀ। We will see the fifth and sixth cost next week, but I want to stop here. I want you to think about these four costs. ਆਪਾਂ ਪੰਜਵਾਂ ਤੇ ਛੇਵਾਂ ਬਾਅਦ ਦੇਖਾਂਗੇ। ਮੈਂ ਚਾਹਨਾ ਤੁਸੀਂ ਜਿਹੜੇ ਚਾਰ ਆਪਾਂ ਦ੍ਰਿਸ਼ਟਾਂਤ ਲਏ ਨੇ ਉਹਨਾਂ ਬਾਰੇ ਕੀਮਤ ਸੋਚੋ। We cannot condemn people who are, lost, believers who backslide. ਅਸੀਂ ਜਿਹੜੇ ਵਿਸ਼ਵਾਸੀ ਪਿੱਛੇ ਹਟ ਜਾਂਦੇ ਨੇ ਉਹਨਾਂ ਨਾਲ ਅਸੀਂ ਬੁਰਾ ਨਹੀਂ ਕਰ ਸਕਦੇ। We have to restore. ਜ਼ਰੂਰੀ ਹੈ ਉਹਨਾਂ ਨੂੰ ਵਾਪਸ ਲੈ ਕੇ ਆਈਏ। God calls for restoration. ਪਰਮੇਸ਼ਵਰ ਚਾਹੁੰਦੇ ਨੇ। That is the cost of being a disciple of Christ. ਇਹ ਪ੍ਰਭੂ ਯਿਸੂ ਮਸੀਹ ਦੇ ਚੇਲਾ ਬਣਨ ਦੀ ਕੀਮਤ ਹੈ। It's easy to condemn, ਆਸਾਨ ਹੈ ਆਲੋਚਨਾ ਕਰਨੀ, costs a lot to restore them. ਪਰ ਕਾਫੀ ਮਿਹਨਤ ਲੱਗਦੀ ਹੈ ਵਾਪਸ ਲੈ ਕੇ ਆਉਣ। Maybe he or she won't listen to you. ਹੋ ਸਕਦਾ ਹੈ ਉਹ ਤੁਹਾਡੀ ਗੱਲ ਨਾ ਸੁਣਨ, Maybe they will reject you. ਤੁਹਾਨੂੰ ਨਕਾਰ ਦੇਣ, But that will only give you opportunity more to go with God and start with Him. Lord, this is your heart. Please restore this person. Please restore this person. This is the relation, and you rebuild your relationship with Christ. ਐਸੇ ਹਾਲਾਤ ਹੀ ਤੁਹਾਡਾ ਫਰਜ਼ ਬਣਦਾ ਹੈਗਾ ਕਿ ਪਰਮੇਸ਼ਵਰ ਦੇ ਕੋਲ ਬਾਹਰ ਵਜਾ ਕੇ ਪ੍ਰਾਰਥਨਾ ਕਰੋ ਕਿ ਇਸ ਭਰਾ ਨੂੰ ਵਾਪਸ ਲੈ ਕੇ ਆਓ। ਇਸ ਤਰ੍ਹਾਂ ਦਾ ਪਰਮੇਸ਼ਵਰ ਰਿਸ਼ਤਾ ਚਾਹੁੰਦੇ ਨੇ। The cost of relationship. ਰਿਸ਼ਤੇ ਦੀ ਕੀਮਤ। We must love Christ more than our immediate relatives. ਪ੍ਰਭੂ ਨੂੰ ਆਪਣੇ ਰਿਸ਼ਤੇਦਾਰਾਂ ਤੋਂ ਜ਼ਿਆਦਾ ਪ੍ਰੇਮ ਕਰਨਾ ਹੈ। Second, we have to carry our cross and follow ਆਪਣੀ Him. ਸਲੀਬ ਲੈ ਕੇ ਚੱਲਣਾ ਹੈ। The cost of carrying the cross. ਸਲੀਬ ਲੈ ਕੇ ਚੱਲਣ ਦੀ ਕੀਮਤ। Number 3, the cost of sacrifice. ਤੀਸਰਾ ਬਲੀਦਾਨ। The cost of sacrifice. ਬਲੀਦਾਨ ਦੀ ਕੀਮਤ। Number 4, cost of restoration. ਤੇ ਕੀਮਤ ਵਾਪਸ ਲੈ ਕੇ ਆਉਣ ਦੀ। Cost of restoration. ਵਾਪਸ ਲੈ ਕੇ ਆਉਣ We ਦੀ। have to give up our natural ability to condemn.
ਆਪਾਂ ਜਿਹੜੀ ਸੁਭਾਵਿਕ ਆਦਤ ਹੈਗੀ ਹੈ ਆਲੋਚਨਾ ਕਰਨ ਦੀ ਉਹਦੇ ਤੋਂ ਪਿੱਛੇ ਹਟਣਾ ਹੈ reject hatred. ਤੇ ਜਿਹੜੀ ਬੁਰਾਈ ਨੂੰ ਨਕਾਰਨਾ ਹੈ We have to love. If we, Bible in fact says that if you can't love the brother whom you see, how can you love God whom you cannot see? ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਜਿਹਨੂੰ ਤੁਸੀਂ ਦੇਖ ਸਕਦੇ ਹੋ ਭਰਾ ਨੂੰ ਜੇ ਉਹਨੂੰ ਪ੍ਰੇਮ ਨਹੀਂ ਕਰਦੇ ਤੇ ਪਰਮੇਸ਼ਰ ਜਿਹਨੂੰ ਤੁਸੀਂ ਦੇਖਿਆ ਨਹੀਂ ਹੈ ਉਹਨੂੰ ਕਿਵੇਂ ਪ੍ਰੇਮ ਕਰ ਸਕਦੇ ਹੋ So read next week, this week, read 14 to 17. Read these chapters. Get into that, the whole sermon of Lord Jesus Christ. ਇਸ ਕਰਕੇ ਇਸ ਹਫਤਾ ਜਿਹੜਾ ਹੈਗਾ 14 ਤੋਂ ਲੈ ਕੇ 17 ਤੱਕ ਪੜੋ ਤੇ ਪਰਮੇਸ਼ਰ ਦਾ ਜਿਹੜਾ ਇਹ ਪ੍ਰਚਾਰ ਹੈਗਾ ਇਹਨੂੰ ਪੂਰੇ ਨੂੰ ਸਮਝੋ Learn about discipleship. ਚੇਲਾ ਬਣਨ ਦੇ ਬਾਰੇ ਸਿੱਖੋ God wants disciples. ਪਰਮੇਸ਼ਰ ਨੂੰ ਚੇਲੇ ਜਾਣ ਚਾਹੀਦੇ He ਨੇ wants die-hard fans. ਉਹ ਚਾਹੁੰਦੇ ਨੇ ਜਿਹੜਾ ਉਹਨਾਂ ਵਾਸਤੇ ਆਪਣੀ ਜਾਨ ਦੇਣ ਨੂੰ ਤਿਆਰ ਨੇ Let's bow our head, close our eyes. ਅੱਖਾਂ ਬੰਦ ਕਰਾਂਗੇ ਸਿਰ ਝੁਕਾਵਾਂਗੇ Lord Jesus, we thank you. We thank you for your word. Lord, your word is rich, richer than anything on this planet. Father, help us, Lord, to understand your word, to follow your word, to rejoice in your word, Lord. Father, everyone who has heard this, I pray, Lord, that these words, the Holy Spirit's voice behind these words will touch people, that they will remember the voice of the Spirit rather than my words, that they will be blessed, Lord, in this, that they will be true disciples, die-hard disciples, Lord. Father, we thank you. We give you glory in all things. We thank you for everything. In the name of our Lord Jesus, we pray. Amen. I'll close with the benediction. The Lord bless you and keep you. The Lord make his face to shine upon you and be gracious unto you. The Lord lift his countenance upon you and give you peace. In the name of Jesus. Amen.